ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਇਸ ਵਕਤ ਮੇਰੇ ਨਾਲ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਜਿਹੜੇ ਇਸ ਤੋਂ ਪਹਿਲਾਂ ਕਿ ਸ਼ਿਵਿੰਦਰ ਜੀ ਨਾਲ ਅੱਗੇ ਚੱਲੀਏ, ਸਾਡੇ ਨਾਲ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਅਸ਼ਵਨੀ ਮਲਹੋਤਰਾ ਬੋਲ ਰਿਹਾ ਮਿਲਵਾਕੀ ਤੋਂ ਜੀ। ਅਸ਼ਵਨੀ ਜੀ ਸਤਿ ਸ਼੍ਰੀ ਅਕਾਲ। ਬਾਈ ਜੀ ਪਹਿਲੇ ਤਾਂ ਤੁਹਾਨੂੰ ਤੇ ਢਿੱਲੋਂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ, ਪ੍ਰਧਾਨਗੀ ਤੇ ਸੈਕਟਰੀ ਸਾਹਿਬ ਨੂੰ ਬਹੁਤ ਬਹੁਤ ਥੈਂਕ ਯੂ ਵੈਰੀ ਮਚ ਬਾਈ ਜੀ। ਕਮਾਂਡ ਹੁਣ ਸਹੀ ਹੱਥ 'ਚ ਆਈ ਹੈ ਤੇ ਹੁਣ ਉਮੀਦ ਹੈ ਕਿ ਚੰਗੇ ਕੰਮ ਹੋਣਗੇ। ਬਿਲਕੁਲ ਜੀ, ਜ਼ਿੰਮੇਵਾਰੀ ਬਹੁਤ ਵੱਡੀ ਹੋ ਗਈ ਹੈ ਜੀ। ਹਾਂਜੀ, ਨੰਬਰ 2 ਜਿੱਥੋਂ ਤੱਕ ਤੁਸੀਂ ਸਵਾਲ ਕੀਤਾ ਹੈ, ਮੈਂ ਤੁਹਾਨੂੰ ਦੱਸ ਦਿਆਂ, ਮੈਂ ਉਸ ਸ਼ਹਿਰ ਤੋਂ ਬਿਲੋਂਗ ਕਰਦਾ, ਮਿਲਵਾਕੀ ਤੋਂ, ਜਿੱਥੇ 2012 ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸ਼ੂਟਿੰਗ ਹੋਈ ਸੀ ਤੇ 6 ਜਾਨਾਂ ਚਲੀਆਂ ਗਈਆਂ ਸੀ ਜੀ ਗੁਰਦੁਆਰਾ ਸਾਹਿਬ ਦੇ ਵਿੱਚ। ਤੇ ਅਸੀਂ ਕੱਲ ਹੀ ਉਹਨਾਂ ਦੀ ਬਰਸੀ ਮਨਾ ਕੇ ਹਟੇ ਹਾਂ। 10ਵੇਂ ਸਾਲ 10 ਸਾਲ ਹੋ ਗਏ ਅੱਜ, 2012 ਤੋਂ 2022 ਅਸੀਂ ਕੱਲ ਉਹਨਾਂ ਦੀ ਬਰਸੀ ਮਨਾ ਕੇ ਹਟੇ ਹਾਂ। ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਸੀ ਤੇ ਮੈਂ ਤੁਹਾਡੇ ਮਾਧਿਅਮ ਲਈ ਦੱਸ ਦਿਆਂ ਕਿ ਇੱਕ ਪਾਸੇ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਕਮਿਊਨਿਟੀ ਨੂੰ, ਆਪਣੇ ਆਪ ਨੂੰ ਅਸੀਂ ਇਹਨਾਂ ਲੋਕਾਂ ਦੇ ਵਿੱਚ ਦੱਸੀਏ ਕਿ ਅਸੀਂ ਕੀ ਹਾਂ। ਵੈਸੇ ਬਹੁਤ ਲੋਕ ਹੁਣ ਕਰੋਨਾ ਸਮਝ ਗਏ ਕਿ ਆਪਣਾ ਸਿੱਖ ਕਮਿਊਨਿਟੀ ਕੀ ਕੁਛ ਕਰ ਸਕਦੀ ਹੈ, ਉਹਨਾਂ ਨੇ ਦਿਖਾਇਆ ਕਰਕੇ। ਔਰ ਕੈਲੀਫੋਰਨੀਆ ਤੋਂ ਮੈਂ ਤੁਹਾਨੂੰ ਦੱਸਾਂ ਇੱਥੇ ਕਿ 30 ਬਾਈਕਰਸ ਬਾਈਕਸ ਦੇ ਉੱਪਰ 7 ਦਿਨਾਂ 'ਚ ਅਲੱਗ-ਅਲੱਗ ਸਿਟੀ 'ਚ ਹੁੰਦੇ ਹੋਏ ਆਪਣੀਆਂ ਪੱਗਾਂ ਦਸਤਾਰਾਂ ਸਜਾ ਕੇ ਬਾਈਕਰਸ ਜਿਹੜੇ ਸੀਗੇ ਉਹ ਹੇਟ ਕ੍ਰਾਈਮ ਦੇ ਅਗੇਂਸਟ ਦੇ ਬੈਨਰਸ ਔਰ ਜੈਕਟਸ ਪਾ ਕੇ ਉਹਨਾਂ ਨੇ ਦੱਸਿਆ ਕਿ ਉਹ ਕ੍ਰੀਕ ਦੇ ਵਿੱਚ ਅਸੀਂ ਜਾ ਰਹੇ ਹਾਂ, ਉੱਥੇ 10 ਸਾਲ ਪਹਿਲੇ ਕੀ ਹੋਇਆ ਸੀ ਤੇ ਅਸੀਂ ਕੀ ਹਾਂ। ਇੱਕ ਪਾਸੇ ਅਸੀਂ ਇਹਨਾਂ ਕਮਿਊਨਿਟੀਜ਼ ਨੂੰ ਆ ਕੇ, ਇਹਨਾਂ ਕੰਟਰੀਜ਼ ਦੇ ਵਿੱਚ ਆ ਕੇ ਲੋਕਾਂ ਨੂੰ ਇਹ ਦੱਸ ਰਹੇ ਹਾਂ ਵੀ ਅਸੀਂ ਕੀ ਹਾਂ, ਸਾਡਾ ਵਜੂਦ ਕੀ ਹੈ, ਸਾਡੇ ਗੁਰੂ ਦਾ ਮੈਸੇਜ ਕੀ ਹੈ। ਤੇ ਇੱਕ ਪਾਸੇ ਅਸੀਂ ਇਹ ਚੀਜ਼ ਦੇ ਰਹੇ ਹਾਂ ਵੀ ਸਾਡੇ ਮੁੰਡਾ ਨਹੀਂ ਹੁੰਦਾ ਤੇ ਅਸੀਂ ਕੁੜੀਆਂ ਮਾਰ ਦਈਏ, ਘਰ ਵਾਲੀਆਂ ਹੀ ਮਾਰ ਦਈਏ। ਪਹਿਲਾਂ ਤਾਂ ਪੇਟ 'ਚ ਮਾਰੀ ਗਏ ਆ, ਮਾੜੀ ਗੱਲ ਹੈ ਜੀ। ਹੁਣ ਅਸੀਂ ਆਪਦੀਆਂ ਜਿਹੜੀਆਂ ਨੇ ਇਸ ਚੱਕਰ ਦੇ ਵਿੱਚ ਅਸੀਂ ਇੰਨਾ ਤਸ਼ੱਦਦ ਕਰਦੇ ਹਾਂ ਆਪਦੀਆਂ ਜਿਹੜੀਆਂ ਹਮਸਫਰ ਨੇ ਉਹਨਾਂ ਦੇ ਉੱਤੇ, ਤੇ ਆਖਿਰ ਉਹਨਾਂ ਨੂੰ ਜੋ ਰਿਚਮੰਡ ਦੇ ਵਿੱਚ ਹੋਇਆ ਉਹ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ। ਬੜਾ ਸ਼ਰਮਨਾਕ ਕਾਰਾ ਜਿਹੜਾ ਇਹ ਸਾਹਮਣੇ ਆਇਆ, ਬਹੁਤ ਜ਼ਿਆਦਾ। ਲੇਕਿਨ ਦੇਖਣ ਦੀ ਗੱਲ ਹੁਣ ਇਹ ਹੈ ਜੀ ਕਿ ਆਪਣੇ ਆਪ ਨੂੰ ਵਿਚਾਰੀਏ, ਆਪਣੇ ਆਪ ਨੂੰ ਦੇਖੀਏ ਕਿ ਹੋਰ ਕੋਈ ਮਨਜੀਤ ਕੌਰ ਨਾ ਬਣੇ। ਬਿਲਕੁਲ ਦੇਖਣ ਦੀ ਗੱਲ ਇਹ ਹੈ ਬਾਈ ਜੀ। ਇੱਕ ਗੱਲ ਇੱਥੇ ਜ਼ਰੂਰ ਦੱਸ ਦਿਆਂ ਕਿ ਇਹ ਅੱਜ ਦਾ ਨਹੀਂ, ਇਹ 6 ਸਾਲ ਹੋ ਗਏ ਇਸ ਚੀਜ਼ ਨੂੰ ਚੱਲਦੇ ਹੋਏ। ਕਿਆ ਕਿਸੇ ਅੜੋਸੀ ਪੜੋਸੀ ਨੂੰ ਨਹੀਂ ਪਤਾ ਸੀ ਕਿ ਇਸ ਵਿਚਾਰੀ ਨਾਲ ਇੰਨਾ ਤਸ਼ੱਦਦ ਹੋ ਰਿਹਾ, ਜਾਂ ਉਹਦੇ ਘਰਦਿਆਂ ਨੂੰ, ਜਾਂ ਉਹਦੀਆਂ ਕੋਈ ਦੋਸਤ? ਇਹ ਦੇਖੋ ਚੀਜ਼ ਕੀ ਹੈ ਅਸ਼ਵਨੀ ਜੀ, ਇੱਕ ਬੜੀ ਦਰਦਨਾਕ ਕੀ ਹੈ ਕਿ ਅਸੀਂ ਆਪਦੀ ਹਰੇਕ ਚੀਜ਼ ਨੂੰ ਅਸੀਂ ਆਪਦੀ ਇੱਜ਼ਤ ਦੇ ਨਾਲ, ਆਪਦੀ ਡਿਗਨਿਟੀ ਦੇ ਨਾਲ ਜੋੜ ਕੇ ਚੱਲ ਜਾਂਦੇ। ਬੱਚੇ ਕੁਛ ਨਹੀਂ, ਠੀਕ ਹੋ ਜੂ ਕੋਈ ਨਹੀਂ, ਤੂੰ ਰਹਿ, ਘਰ ਵਸਦੇ ਚੰਗੇ ਹੁੰਦੇ ਆ, ਧੀਆਂ ਵਸਦੀਆਂ ਚੰਗੀਆਂ ਹੁੰਦੀਆਂ, ਧੀਆਂ ਨੂੰ ਵਿਚਾਰਾ ਬਣਾ ਦਿੱਤਾ ਜਾਂਦਾ ਜਦੋਂ ਦੇਖੋ ਇਹੋ ਜਿਹੀਆਂ ਜਿਹੜੀਆਂ ਜੀ। ਹੁਣ ਉਹ ਟਾਈਮ ਨਹੀਂ ਰਿਹਾ ਜੀ। ਹੁਣ ਅਗਰ ਕੋਈ ਵੀ ਇਹੋ ਜਿਹਾ ਕਾਰਾ ਹੁੰਦਾ ਤਾਂ ਸਾਨੂੰ ਆਪ ਮਾਰੇ ਬੋਲਣਾ ਪਊਗਾ, ਤਾਂ ਲੋਕ ਆਪਣੇ ਨਾਲ ਜੁੜਦੇ ਆ। ਅੱਜ ਕਿਸੇ ਕੋਲ ਟਾਈਮ ਨਹੀਂ ਹੈ ਕਿ ਤੁਹਾਡੇ ਨਾਲ ਆ ਕੇ, ਕਿਉਂਕਿ ਹਰ ਬੰਦਾ ਹੀ ਆਪਣੇ ਕੰਮਾਂ ਨਾਲ ਜਾਂ ਆਪਣੇ ਗੱਲਾਂ 'ਚ ਦੁਖੀ ਹੈ। ਬਾਕੀ ਤੁਸੀਂ ਆਪ ਸਮਝਦਾਰ ਹੋ, ਕੋਸ਼ਿਸ਼ ਇਹ ਕਰੀਏ ਕਿ ਸਾਨੂੰ ਕੋਈ ਹੋਰ ਮਨਜੀਤ ਨਾ ਬਣੇ। ਬਿਲਕੁਲ। ਨਾਲੇ ਅਸ਼ਵਨੀ ਜੀ, ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਡੇ ਨਿਊਯਾਰਕ ਦੇ, ਲੌਂਗ ਆਈਲੈਂਡ ਦੇ ਤੇ ਰਿਚਮੰਡ ਦੇ ਉਹਨਾਂ ਸਾਡੀ ਕਮਿਊਨਿਟੀ ਦੇ ਲੋਕਾਂ ਨੂੰ। ਆਖਿਰਕਾਰ ਉਹਨਾਂ ਨੇ ਇਸ ਬੰਦੇ ਦੇ ਖਿਲਾਫ ਝੰਡਾ ਚੁੱਕਿਆ। ਪਰ ਦੇਖੋ, ਇੱਕ ਬਹੁਤ ਵੱਡੀ ਗੱਲ ਹੈ ਕਿ ਜਿਹੜੀਆਂ ਉੱਥੋਂ ਦੀ ਪੁਲਿਸ ਦੀ ਤੁਹਾਡੀ ਦੀ ਇਨਵੈਸਟੀਗੇਸ਼ਨ ਹੈ ਜਾਂ ਹੋਰ ਚੀਜ਼ਾਂ ਨੇ, ਜਦੋਂ ਇੱਕ ਚੀਜ਼ ਉਹ ਸ਼ੋਰ ਹੈ ਕਿ ਉਹ ਜਿਹੜਾ ਉਸ ਲੜਕੀ ਨੂੰ ਸੁਸਾਈਡ ਕਰਨ ਦੇ ਲਈ ਕੰਪੈਲ ਕੀਤਾ ਗਿਆ, ਉਹਦੇ ਹਾਲਾਤ ਇਹੋ ਜਿਹੇ ਸੀਗੇ, ਪਰ ਹਜੇ ਤੱਕ ਜੇ ਗੱਲ ਕਰੀਏ ਕਿ ਉਹ ਬੰਦੇ ਨੂੰ ਅਰੈਸਟ ਨਹੀਂ ਕੀਤਾ ਗਿਆ, ਜੋ ਖਬਰਾਂ ਮਿਲੀਆਂ ਨੇ। ਬਿਲਕੁਲ ਜੀ। ਮੇਰਾ ਇੱਕ ਮਿੱਤਰ ਹੈ ਜੀ, ਸੰਜੀਵ, ਸੰਗਰੂਰ ਤੋਂ। ਉਹ ਉੱਥੇ ਰਿਚਮੰਡ ਹਿੱਲ ਦੇ ਵਿੱਚ ਇਲੈਕਸ਼ਨ ਵੀ ਲੜਿਆ ਸੀ। ਉਹ 3 ਦਿਨ ਹੋ ਗਏ ਲਗਾਤਾਰ ਪਬਲਿਕ ਦੇ ਨਾਲ ਉੱਤੇ ਹੀ ਬੈਠਾ, ਉਹਦੇ ਘਰ ਦੇ ਬਾਹਰ ਹੀ ਧਰਨਾ ਲਾ ਕੇ। ਜੇ ਮੈਂ ਕਹੂੰਗਾ ਤਾਂ ਤੁਹਾਡੇ ਨਾਲ ਉਹਨਾਂ ਦੀ ਗੱਲ ਵੀ ਕਰਵਾ ਦੂੰਗਾ ਜੀ। ਬਿਲਕੁਲ। ਬਹੁਤ ਸ਼ਰਮਨਾਕ ਗੱਲ ਹੈ ਇਹ ਜਿਹੀਆਂ। ਬਿਲਕੁਲ ਲੈਣਾ ਚਾਹਾਂਗੇ ਜੀ। ਇਹ ਸਾਡੇ ਸਮਾਜ ਦਾ ਇੱਕ ਬੜਾ, ਜਿਹਨੂੰ ਆਪਾਂ ਕਾਲਾ ਚਿਹਰਾ ਸਾਹਮਣੇ ਆਇਆ, ਜਿਹਨੂੰ ਸਾਨੂੰ ਚਾਹੀਦਾ ਕਿ ਇਹ ਜਿਹੜਾ ਧੱਬਾ ਸਾਡੇ ਤੇ ਲੱਗਿਆ, ਇਹ ਅਸੀਂ ਘੱਟੋ ਘੱਟ ਜਿਹੜਾ ਹੈਗਾ ਇਸ ਨੂੰ ਜਸਟੀਫਾਈ ਨਹੀਂ ਕਰਨਾ,
ਪਰ ਇਸ ਚੀਜ਼ ਨੂੰ ਲੋਕਾਂ ਤੱਕ ਦੱਸੀਏ ਕਿ ਅਸੀਂ ਇਹੋ ਜਿਹੇ ਘਟੀਆ ਬੰਦਿਆਂ ਦੇ ਨਾਲ, ਇਹੋ ਜਿਹੇ ਦਰਿੰਦਿਆਂ ਦੇ ਨਾਲ ਅਸੀਂ ਨਹੀਂ ਖੜਦੇਗੇ, ਸਾਡੀ ਕਮਿਊਨਿਟੀ ਨਹੀਂ ਖੜਦੀ। ਬਿਲਕੁਲ ਜੀ, ਬਿਲकुल। ਥੈਂਕ ਯੂ ਸੋ ਵੈਰੀ ਮਚ, ਥੈਂਕ ਯੂ ਵੈਰੀ ਮਚ ਅਸ਼ਵਨੀ ਜੀ। ਸੋ ਬਿਲਕੁਲ ਜੀ, ਤੁਸੀਂ ਇਸੇ ਸਾਰੇ ਮਸਲੇ ਦੇ ਉੱਤੇ ਤੁਸੀਂ ਸਾਡੇ ਨਾਲ ਕਾਲ ਕਰ ਸਕਦੇ ਹੋ। ਇਸ ਤੋਂ ਪਹਿਲਾਂ ਕਿ ਸ਼ਵਿੰਦਰ ਜੀ ਮੇਰੇ ਨਾਲ ਅੱਗੇ ਜੁੜਨ, ਤੁਸੀਂ 9216410666 ਅਤੇ 9814910666 ਦੇ ਉੱਤੇ ਤੁਸੀਂ ਮੇਰੇ ਨਾਲ ਫੋਨ ਕਾਲ ਦੇ ਜ਼ਰੀਏ ਆਪਣੇ ਵਿਚਾਰ ਰੱਖ ਸਕਦੇ ਹੋ। ਤੁਸੀਂ WhatsApp ਕਾਲ ਵੀ ਕਰ ਸਕਦੇ ਹੋ 9216410666 ਦੇ ਉੱਤੇ। ਸੋ ਮਸਲਾ ਸੰਗੀਨ ਹੈ, ਮਸਲਾ ਗੰਭੀਰ ਹੈ ਕਿ 7 ਸਮੁੰਦਰ ਪਾਰ ਆ ਕੇ ਵੀ ਜਿਹੜਾ ਹੈ ਅਸੀਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਾਂ। ਹਜੇ ਵੀ ਪੁੱਤਰ ਮੋਹ ਦੀ ਪ੍ਰਾਪਤੀ ਦੇ ਵਿੱਚੋਂ ਅਸੀਂ ਨਹੀਂ ਨਿਕਲ ਰਹੇ। ਇਹ ਇੱਕ ਦਰਦਨਾਕ ਪਹਿਲੂ ਜਿਹੜਾ ਹੈਗਾ ਇਹ ਸਾਨੂੰ ਚੱਲਣਾ ਪੈ ਰਿਹਾ ਸਾਡੇ ਸਮਾਜ ਨੂੰ। ਸਾਡੇ ਵਰਗੇ ਹੋਰ ਵੀ ਬੜੀਆਂ ਕਮਿਊਨਿਟੀਜ਼ ਹੋਣਗੀਆਂ ਕਿ ਉੱਥੇ ਵੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਕਿ ਉੱਥੇ ਵੀ ਔਰਤਾਂ ਨੂੰ ਮਰਨ ਦੇ ਲਈ ਮਜਬੂਰ ਕੀਤਾ ਜਾਂਦਾ, ਕਿ ਉੱਥੇ ਵੀ ਇਹੋ ਜਿਹੇ ਜਿਹੜੇ ਤਾਨੇ ਮਿਹਨੇ ਮਾਰੇ ਜਾਂਦੇ ਨੇ। ਸੋ ਇਹਦੇ ਉੱਤੇ ਗੱਲਬਾਤ ਵੀ ਕਰਾਂਗੇ। ਇਸ ਗੱਲਬਾਤ ਸਾਡੇ ਨਾਲ ਜੁੜਨਗੇ ਡਾਕਟਰ ਸ਼ਿੰਦਰ ਕੌਰ ਹੋਰੀ। ਸੋ ਕੀ ਮੈਡੀਕਲ ਜਿਹੜਾ ਪ੍ਰੋਫੈਸ਼ਨ ਦੇ ਨਾਲ ਜੋੜਦੇ ਹੋਏ ਇਸ ਚੀਜ਼ ਨੂੰ ਦੇਖਾਂਗੇ। ਹੂ ਇਜ਼ ਰਿਸਪੌਂਸੀਬਲ, ਫੀਮੇਲ ਔਰ ਮੇਲ, ਵੀ ਜੇ ਕਿਸੇ ਦੇ ਮੇਲ ਚਾਈਲਡ ਨਹੀਂ ਹੁੰਦਾ ਤੇ ਹੂ ਇਜ਼ ਰਿਸਪੌਂਸੀਬਲ ਫॉर ਦਿਸ। ਸੋ ਇਹਦੇ ਤਮਾਮ ਗੱਲਾਂ ਕਰਾਂਗੇ। ਫੋਨ ਨੰਬਰ ਰਹਿਣਗੇ 9216410666 ਤੇ 9814910666 ਦੇ ਉੱਤੇ। ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸ਼ੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਡਿਸਪੈਚ ਪੰਜਾਬੀ 'ਚ ਕਰਦੇ ਨੇ। ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਇਨਕਮ ਵੀ ਅੱਛੀ ਕਰਨੀ ਚਾਹੁੰਦੇ ਤਾਂ 2063544060 ਜਾਂ ਫਿਰ 2532666924 ਦੇ ਉੱਤੇ ਕਾਲ ਕਰ ਸਕਦੇ ਹੋ। ਤੁਹਾਡਾ ਸਟੋਰ ਹੈ ਤੇ ਸਟੋਰ ਦੇ ਵਿੱਚ ਤੁਸੀਂ ਇਨਕਮ ਹੋਰ ਜਨਰੇਟ ਕਰਨੀ ਹੈ ਤਾਂ ਜਗਰੂਪ ਬਾਠ ਹੋਰਾਂ ਦੇ ਨਾਲ 2063806222 ਦੇ ਉੱਤੇ ਕਾਲ ਕਰ ਲਓ। 206380 6222 ਦੇ ਉੱਤੇ ਤੁਹਾਨੂੰ ਕੁਛ ਆਈਡੀਆਜ਼ ਦੇਣਗੇ, ਉਸ ਦੇ ਸੰਬੰਧੀ ਤੁਹਾਨੂੰ ਟ੍ਰੇਨਿੰਗ ਵੀ ਦੇਣਗੇ ਅਤੇ ਤੁਸੀਂ $10,000 ਤੱਕ ਤੁਸੀਂ ਆਪਦੀ ਮਹੀਨੇ ਦੀ ਜਿਹੜੀ ਹੈ ਇਨਕਮ ਜਨਰੇਟ ਕਰ ਸਕਦੇ ਹੋ। ਮਾਲਵਾ ਟਰੱਕ ਲਾਈਨ ਐਂਡ ਟਰੱਕ ਐਂਡ ਟ੍ਰੇਲਰ ਰਿਪੇਅਰ 10224 ਰੈਜ਼ੀਡੈਂਸੀ ਰੋਡ ਮਨਾਸਸ ਹਾਈਵੇ 66 ਐਗਜ਼ਿਟ 43 ਤੇ ਨੇ ਜੀ। ਇੱਥੇ ਤੁਸੀਂ ਹਰ ਤਰ੍ਹਾਂ ਦਾ ਰੀਫਰ ਕੋਈ ਵੀ ਮੇਕ ਹੋਵੇ ਉਹਨੂੰ ਰਿਪੇਅਰ ਕਰਵਾ ਸਕਦੇ ਹੋ, ਜਾਂ ਫਿਰ ਗੈਸ ਰੀਫਿਲ ਕਰਵਾਉਣੀ ਹੈ, ਜਾਂ AC ਦਾ ਕੰਮ ਕਰਾਉਣਾ, ਜਾਂ ਡੈਫ ਕਲੀਨਿੰਗ ਕਰਾਉਣੀ ਹੈ, DOT ਸੇਫਟੀ ਹੈ, 3 ਐਕਸਲ ਟਰੱਕ ਅਲਾਈਨਮੈਂਟ ਹੈ, ਆਇਲ ਚੇਂਜ ਹੈ, ਇੰਜਨ ਰੀਬਿਲਡ, ਡਿਫਰੈਂਸ਼ੀਅਲ ਟਰਾਂਸਮਿਸ਼ਨ, ਕਹਿੰਦੇ ਬਾਬ A to Z ਕੰਮ ਜਿਹੜਾ ਤੁਸੀਂ ਕਰਵਾ ਸਕਦੇ ਹੋ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਜ਼ਰੂਰ ਦੇ ਦੇਣਾ। ਕਾਲ ਕਰੋ 8043728800 ਦੇ ਉੱਤੇ। ਪੰਜਾਬ ਟਰੱਕ ਐਂਡ ਟ੍ਰੇਲਰ ਰਿਪੇਅਰ 1315 ਵੈਸਟਰਨ ਹਾਨਾ ਐਵੀਨਿਊ ਇੰਡੀਅਨੈਪਲਿਸ। ਇਹਨਾਂ ਦਾ ਇੱਕੋ ਨਿਸ਼ਾਨਾ ਗਰੰਟਡ ਗ੍ਰੇਟ ਐਂਡ ਕੁਇਕ ਸਰਵਿਸ। A to Z ਮਕੈਨੀਕਲ ਕੰਮ ਕੀਤੇ ਜਾਂਦੇ ਨੇ, ਇੰਜਨ ਰੀਬਿਲਡ ਕੀਤਾ ਜਾਂਦਾ, ਡੈਫ ਕਲੀਨਿੰਗ, DOT ਸੇਫਟੀ, ਯੂਜ਼ਡ ਐਂਡ ਬ੍ਰੈਂਡ ਨਿਊ ਟਰੱਕ ਐਂਡ ਟ੍ਰੇਲਰ ਟਾਇਰਸ ਤੁਹਾਨੂੰ ਮਿਲਦੇ ਨੇ। ਪਰਮਜਾ ਜੱਸੀ ਨੂੰ 3179797205 ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ 6612045818 ਦੇ ਉੱਤੇ ਤੁਸੀਂ ਕਾਲ ਕਰ ਦੇਣਾ। ਵਿਆਹ ਸ਼ਾਦੀ ਹੈ, ਘਰੇ ਕਿਸੇ ਤਰ੍ਹਾਂ ਦਾ ਵੀ ਫੰਕਸ਼ਨ ਹੈ ਅਤੇ ਬੱਚਿਆਂ ਦੇ ਲਈ ਗਹਿਣਾ ਗੱਟਾ ਲੈਣਾ, ਜਾਂ ਫਿਰ ਤੁਸੀਂ ਟਿੱਕਾ, ਰਾਣੀ ਹਾਰ, ਕੜੇ, ਚੂੜੀਆਂ, ਟੌਪਸ, ਇੰਗੇਜਮੈਂਟ ਰਿੰਗ, ਕੈਂਠਾ, ਜੋੜੀ, ਤਾਂ ਫਿਰ 25416104 ਐਵੀਨਿਊ ਕੈਂਟ ਦੇ ਉੱਤੇ ਜਾ ਕੇ ਤੁਸੀਂ AC ਜੁਐਲਰਸ ਤੋਂ ਬਾਏ ਕਰ ਸਕਦੇ ਹੋ। 24 ਕੈਰਟ ਪਿਓਰ ਸੋਨੇ ਦੇ ਗਹਿਣੇ ਇਹਨਾਂ ਦਾ ਗਰੰਟੀ ਕਰਦੇ ਨੇ, ਕਹਿੰਦੇ ਨੇ ਦੁਬਈ ਤੋਂ ਅਸੀਂ ਇੰਪੋਰਟ ਕਰਦੇ ਹਾਂ ਅਤੇ ਆਰਡਰ 'ਤੇ ਵੀ ਤੁਹਾਨੂੰ ਤਿਆਰ ਕਰਕੇ ਦਿੰਦੇ ਹਾਂ। 8568038877 ਤੇ ਕਾਲ ਕਰ ਸਕਦੇ ਹੋ, ਜਾਂ 2536562266 ਦੇ ਉੱਤੇ ਕਾਲ ਕਰਨਾ। ਇਹਨਾਂ ਦੀਆਂ 2 ਲੋਕੇਸ਼ਨਸ ਨੇ, ਇੱਕ ਕੈਂਟ ਦੇ ਵਿੱਚ ਵਾਸ਼ਿੰਗਟਨ ਸਟੇਟ ਦੇ ਵਿੱਚ, ਦੂਜੀ ਪਾਇਲ ਬਿਜ਼ਨਸ ਸੈਂਟਰ ਸਰੀ ਦੇ ਵਿੱਚ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦਿਓਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਮਿਲੇਗਾ। ਪੁਰਾਣੀ ਤੋਂ ਪੁਰਾਣੀ ਬਿਮਾਰੀ ਹੈ, ਨਹੀਂ ਜਾ ਰਹੀ ਤਾਂ ਤੁਸੀਂ ਫਿਰ ਅਮਰੀਕਾ ਦੇ ਮਸ਼ਹੂਰ ਹੋਮੋਪੈਥ ਡਾਕਟਰ ਹਰਮਿੰਦਰ ਗਿੱਲ ਹੋਰਾਂ ਦੇ ਨਾਲ 4087377100 ਦੇ ਉੱਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਸਕਦੇ ਹੋ। ਫੋਨ ਦੇ ਉੱਤੇ ਤੁਸੀਂ ਤੁਹਾਡੇ ਨਾਲ ਕੰਸਲਟ ਕਰਦੇ ਨੇ, ਤੁਹਾਡੀ ਦਵਾਈ ਬੂਟੀ ਹੈ ਜਿਹੜੀ ਉਹ ਘਰ ਪੁੱਜਦੀ ਕਰਦੇ ਨੇ। ਸੋ ਮੇਰੇ ਨਾਲ ਸ਼ਿਵਿੰਦਰ ਜੀ ਜੁੜ ਗਏ ਨੇ। ਸ਼ਿਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮਿਹਰਬਾਨੀ ਸ਼ਿਵਿੰਦਰ ਜੀ। ਹੁਣੇ ਅੱਜ ਦਾ ਟੌਪਿਕ ਵੀ ਰੱਖਿਆ ਅਤੇ ਇਸ ਟੌਪਿਕ ਦੇ ਵਿੱਚ ਜੋ ਘਟਨਾ ਵਾਪਰੀ ਹੈ ਨਿਊਯਾਰਕ ਦੇ ਰਿਚਮੰਡ ਹਿੱਲ ਦੇ ਵਿੱਚ,
ਇੱਕ ਲੜਕੀ ਮਨਦੀਪ ਕੌਰ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਨੇ, ਉਹਦੇ ਉੱਤੇ ਰੱਖਿਆ। ਫੋਨ ਕਾਲਸ ਵੀ ਲੈ ਰਹੇ, ਇੱਕ ਫੋਨ ਕਾਲ ਆਈ ਹੈ ਤਾਂ ਆਪਾਂ ਉਹ ਲੈ ਕੇ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਨੇ ਰਹੋ 9216 ਤੇ। ਹਾਂਜੀ ਭਾਈ ਧੰਨਵਾਦ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਉਹ ਜਿਹੜੀ ਗੱਲਬਾਤ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਬਹੁਤ ਮਾੜੀ ਦੁਖਦਾਈ ਘਟਨਾ ਆ। ਬਾਕੀ ਜਿਹੜੀ ਆਪਾਂ ਗੱਲ ਕਰਦੇ ਆ ਨਾ, ਪੁਲਿਸ ਕਾਰ ਕੁਛ ਨਹੀਂ ਰਹੀ। ਪੁਲਿਸ ਭਾਜੀ ਸਾਰਾ ਜੋ ਵੀ ਆਪਣੀਆਂ ਵੀਡੀਓ ਹੈ ਨਾ ਜਾਂ ਕਾਲ ਡਿਟੇਲ ਆ ਜਿਹੜੀ ਉਸ ਸਮੇਂ ਦੇ ਵਿੱਚ ਮਤਲਬ ਕੁੜੀ ਦੇ ਨਾਲ ਕਾਲਾਂ ਹੋਈਆਂ, ਜਦੋਂ ਉਹਨੇ ਸੁਸਾਈਡ ਕੀਤਾ, ਉਹਦੇ ਹਸਬੈਂਡ ਦੀਆਂ ਕਾਲਾਂ ਆਈਆਂ, ਉਹ ਸਾਰੀ ਡਿਟੇਲ ਕਰ ਰਹੀ ਹੈ, ਮਤਲਬ ਉਹਨੂੰ ਛਾਣਬੀਨ ਕਰ ਰਹੀ ਹੈ ਜੀ। ਔਰ ਤੁਹਾਨੂੰ ਪਤਾ ਹੀ ਹੈ ਵੀ ਇੱਥੇ ਕੱਚੇ ਪੈਰੀ ਦਾ ਹੱਥ ਪਾਉਂਦੇ ਨਹੀਂਗੇ। ਜੇ ਉਹਨੂੰ ਏਦਾਂ ਫੜ ਲੈਂਦੇ ਆ ਤੇ ਕੱਲ ਨੂੰ ਕੋਈ ਮਤਲਬ ਉਹਦੇ ਤੇ ਕੋਈ ਕਲੇਮ ਨਹੀਂ ਬਣਦਾ ਤੇ ਉਹ ਸੂ ਵੀ ਇਹਨਾਂ ਨੂੰ ਕਰ ਸਕਦਾ, ਪੁਲਿਸ ਮਹਿਕਮੇ ਤੇ ਵੀ, ਸਿਟੀ ਤੇ ਵੀ ਸੂ ਕਰ ਸਕਦਾ। ਇਸ ਕਰਕੇ ਇੱਥੇ ਕੱਚੇ ਪੈਰੀ ਨਹੀਂ, ਉਹ ਪੂਰਾ ਐਨ ਲੱਗੇ ਹੋਏ ਆ ਭਾਜੀ, ਪੂਰੇ ਪ੍ਰੋਪਰ ਲੱਗੇ ਹੋਏ ਆ। ਕੱਲ ਰਾਤੀ ਵੀ ਇਸੇ ਡਿਟੇਲ ਸਾਡੀ ਗੱਲਬਾਤ ਹੋਈ ਸੀ ਇਸ ਟੌਪਿਕ ਦੇ ਉੱਤੇ, ਇੱਥੇ ਦੇ ਸੈਨੇਟਰਾਂ ਦੇ ਨਾਲ, ਇੱਥੇ ਦੇ ਡੀਏ ਦੇ ਨਾਲ। ਮਤਲਬ ਪੂਰਾ ਪ੍ਰੈਸ਼ਰ ਆ ਪੁਲਿਸ ਦੇ ਉੱਤੇ ਵੀ, ਇਹ ਮਤਲਬ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ। ਔਰ ਉਮੀਦ ਆ ਕਿ ਆਪਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੂਗਾ। ਬਿਲਕੁਲ ਲਖਵਿੰਦਰ ਜੀ, ਪਰ ਸਾਡੇ ਪੰਜਾਬੀ ਤਾਂ ਇਹ ਕਹਿੰਦੇ ਨੇ ਪੰਜਾਬ ਦੇ ਵਿੱਚ ਜਿਵੇਂ ਪੁਲਿਸ ਬਾਹਾਂ ਨੂੜ ਲੈਂਦੀ ਹੈ ਨਾਲ ਦੀ ਨਾਲ, ਤੇ ਉਹ ਚੀਜ਼ ਹੋ ਜਾਣੀ ਚਾਹੀਦੀ ਸੀ। ਇਸ ਕਰਕੇ ਇਹ ਵੀ ਇੱਕ ਵਿਸ਼ਾ ਹੈਗਾ ਕਿ ਠੀਕ ਹੈ ਜੀ। ਉਹ ਭਾਜੀ ਜਿਹੜੀ ਉਹ ਬਾਹਾਂ ਦੇਖੋ ਜੀ, ਉਹ ਜਿਹੜੀਆਂ ਉਹਦੀਆਂ ਬੱਚੀਆਂ ਆ, ਦੇਖੋ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਆ, ਆਪਾਂ ਮਿੰਟੋ ਮਿੰਟੀ ਫੁਰਲ ਕਰਕੇ ਜਿੱਦਾਂ ਗੱਲ ਕਰ ਦਿੰਦੇ ਆ। ਰਿਐਲਿਟੀ ਇਹ ਹੈ ਕਿ ਜਿੱਦਾਂ ਦੇਖੋ ਉਹਦੀ ਕਸਟਡੀ ਬੱਚਿਆਂ ਦੀ ਉਹਦੇ ਕੋਲ ਆ, ਬਾਪ ਕੋਲ। ਆਪਾਂ ਕਸਟਡੀ ਏਦਾਂ ਇੰਡੀਆ ਤੇ ਹੈ ਨਹੀਂ ਫੜ ਕੇ ਆਪਾਂ ਲੈ ਜਾਵਾਂਗੇ ਧੱਕੇ ਨਾਲ, ਉਹਦੀ ਸਹਿਮਤੀ ਤੋਂ ਬਿਨਾਂ। ਉਹ ਵੀ ਸਹਿਮਤੀ ਜਦੋਂ ਉਹ ਗੁਨਾਹਗਾਰ ਸਾਬਤ ਹੋਊਗਾ ਉਸ ਤੋਂ ਬਾਅਦ ਬੱਚੇ ਕੋਈ ਕਲੇਮ ਕਰ ਸਕਦਾ ਆ। ਉਹਦੇ ਪਿੱਛੇ ਪੇਰੈਂਟਸ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ, ਉਹਨਾਂ ਨੇ ਮਤਲਬ ਅਥਰਾਈਜ਼ ਕਰਕੇ ਵੀ ਭੇਜ ਦਿੱਤਾ। ਆਪਣਾ ਮੁੰਡਾ ਸੰਜੀਵ ਜਿੰਦਲ ਆ ਤੇ ਭਾਈ ਰਣਜੀਤ ਸਿੰਘ ਆ, ਉਹਨਾਂ ਨੂੰ ਮਤਲਬ ਉਹਨਾਂ ਨੇ ਅਥਰਾਈਜ਼ ਕੀਤਾ ਹੈ ਕਿ ਤੁਸੀਂ ਜੇ ਕੋਈ ਗੱਲਬਾਤ। ਬਾਕੀ ਉਹਨਾਂ ਦੇ ਪੇਰੈਂਟਸ ਨੂੰ ਇੱਥੇ ਮੰਗਾਉਣ ਵਾਸਤੇ ਵੀ ਚੱਲ ਰਹੀ ਹੈ ਕਾਰਵਾਈ, ਹੈ ਨਾ ਜੀ। ਤੇ ਉਮੀਦ ਤੇ ਆਪਾਂ ਪੂਰੀ ਕਰਦੇ ਹਾਂ ਵੀ ਆਪਾਂ ਨੂੰ ਇਨਸਾਫ ਮਿਲੂਗਾ। ਮਤਲਬ ਸਾਡੀ ਵੀ ਇਹੀ ਕੋਸ਼ਿਸ਼ ਆ, ਜਿੰਨੇ ਵੀ ਸਾਡੇ ਯਾਰ ਦੋਸਤ ਸੱਜਣ ਬੇਲੀ ਆ, ਵੀ ਉਹਨੂੰ ਕੁੜੀ ਵਿਚਾਰੀ ਨੂੰ ਇਨਸਾਫ ਮਿਲੇ। ਮਤਲਬ ਅਮਰੀਕਾ ਦੀ ਕੰਟਰੀ 'ਚ ਫਿਰ ਸਾਡੇ ਵਾਸਤੇ ਭਾਜੀ ਮਤਲਬ ਸ਼ੇਮਫੁਲ ਆ ਜੇ ਇੱਥੇ ਰਹਿ ਕੇ ਆਪਾਂ ਇਨਸਾਫ ਨਹੀਂ ਲੈ ਪਾਏ, ਹੈ ਨਾ ਜੀ ਜੀ। ਥੈਂਕ ਯੂ ਵੈਰੀ ਮਚ। ਤੇ ਕੰਟਰੀ ਵਾਸਤੇ ਵੀ ਸ਼ੇਮਫੁਲ ਆ। ਹਾਂਜੀ, ਤੇ ਉਮੀਦ ਆ ਵੀ ਇਨਸਾਫ ਜ਼ਰੂਰ ਮਿਲੂਗਾ। ਬਾਕੀ ਅਫਵਾਹਾਂ ਬਹੁਤ ਚੱਲੀ ਜਾਂਦੀਆਂ ਜੀ, ਉਹਨੂੰ ਅਰੈਸਟ ਕਰ ਲਿਆ ਜੀ, ਬੱਚੇ ਫੜ ਕੇ ਲੈ ਗਏ ਜੀ, ਏਦਾਂ ਦੀ ਕੋਈ ਗੱਲਬਾਤ ਨਹੀਂ, ਹਾਲੇ ਕੋਈ ਅਰੈਸਟ ਨਹੀਂ ਕੀਤਾ, ਬੱਚੇ ਉਹਦੇ ਕੋਲ ਆ। ਹਾਂ, ਪੁਲਿਸ ਲੱਗੀ ਆਪਣੀ ਮਤਲਬ ਕਹਿ ਲਓ ਵੀ ਤਹਿਕੀਕਾਤ 'ਚ ਲੱਗੀ ਹੋਈ ਹੈ। ਥੈਂਕ ਯੂ ਜੀ, ਥੈਂਕ ਯੂ ਲਖਵਿੰਦਰ ਜੀ। ਦੇਖੋ ਸ਼ਵਿੰਦਰ ਜੀ, ਇੱਕ ਪਾਸੇ ਤਾਂ ਆਪਾਂ ਗੱਲ ਕਰ ਰਹੇ ਹਾਂ ਕਿ ਦੇਖੋ ਬੱਚੀਆਂ ਦਾ ਵਿਚਾਰੀਆਂ ਦਾ ਕੀ ਬਣੂ, ਪਰ ਇੱਥੇ ਦੇਖ ਲਓ ਉਲਟਾ ਕੰਮ। ਕਹਿੰਦੇ ਮਾਂ-ਬਾਪ ਨੂੰ ਸ਼ੱਕ ਹੋ ਗਿਆ ਕਿ ਬੱਚੇ ਤੇ ਦੁਸ਼ਟ ਆਤਮਾ ਦਾ ਪਰਛਾਵਾਂ ਹੈ, ਤੇ ਉਲਟਾ ਬੱਚੇ ਨੂੰ ਕੁੱਟ-ਕੁੱਟ ਕੇ ਮਾਰਤਾ ਜੀ, ਕਤਲ ਕਰ ਦਿੱਤਾ। ਹਾਂਜੀ, ਅਸਲ 'ਚ ਦਾਨੇਵਾਲ ਸਾਹਿਬ ਜਿਹੜੀ ਆ ਘਟਨਾ ਜਿਹੜੀ ਵਾਪਰੀ ਹੈ, ਜਿਹਦੇ ਬਾਰੇ ਹੁਣੇ ਤੁਸੀਂ ਗੱਲ ਕਰ ਰਹੇ ਸੀਗੇ, ਕੱਲ ਪਰਸੋਂ ਦੀ ਚਰਚਾ ਦੇ ਵਿੱਚ ਮੈਂ ਹਾਲੇ ਇਹਦੇ ਤੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ। ਤਾਂ ਕਾਰਨ ਹੈ ਕਿ ਮੈਂ ਆਪਣੇ ਸੋਰਸ ਥਰੂ ਪਤਾ ਕਰ ਰਿਹਾ ਸੀਗਾ, ਕਿਉਂਕਿ ਮੈਨੂੰ ਉਹੀ ਗੱਲ ਕਰਨ ਦੀ ਆਦਤ ਹੈ ਨਹੀਂ। ਨਹੀਂ, ਆਪਣੇ ਤਾਂ ਫਿਰ ਲਿਸਨਰ ਡਾਇਰੈਕਟਲੀ ਉੱਥੋਂ ਜੁੜੇ ਨੇ, ਜਿਹੜੇ ਇਨਵੋਲਵਡ ਨੇ ਨਾ, ਤਾਂ ਬਿਲਕੁਲ। ਤੇ ਦੂਜੀ ਚੀਜ਼ ਇਹ ਹੈਗੀ ਹੈ ਕਿਉਂਕਿ ਜਿੰਨਾ ਚਿਰ ਮੇਰੇ ਕੋਲ ਆਪਣੇ ਕੋਈ ਉਹ ਨਹੀਂ ਹੁੰਦਾ, ਮੈਂ ਸਿਰਫ ਇਹੀ ਕਹਿ ਸਕਦਾ ਕਿ ਮੇਰੀਆਂ ਸੰਵੇਦਨਾਵਾਂ, ਮੇਰੀਆਂ ਭਾਵਨਾਵਾਂ ਸਾਰੀਆਂ ਉਸ ਪਰਿਵਾਰ ਨਾਲ ਹੈ। ਉਸ ਜਿਹੜਾ ਅਸੀਂ ਇਹੀ ਕਹਿੰਦੇ ਹਾਂ ਕਿ ਅੱਗੇ ਤੋਂ ਇਸ ਤਰ੍ਹਾਂ ਦੀ ਜਿਹੜੀ ਘਟਨਾ ਉਹ ਨਾ ਵਾਪਰੇ ਹੈ, ਅਸੀਂ ਕਾਮਨਾ ਕਰ ਸਕਦੇ ਹਾਂ। ਜਿਹੜਾ ਹੁਣ ਜਿਹੜੀ ਖਬਰ ਤੁਸੀਂ ਪੁੱਛ ਰਹੇ ਹੋ ਵੀ ਇਸ ਤਰ੍ਹਾਂ ਦੀ ਮੰਦਭਾਗੀ ਘਟਨਾ, ਅਸਲ ਗੱਲ ਸਭ ਨਾ ਤਾਂ ਇਹ ਕੋਈ ਪਹਿਲੀ ਖਬਰ ਹੈ ਇਸ ਤਰ੍ਹਾਂ ਦੀ, ਨਾ ਹੀ ਮੈਨੂੰ ਲੱਗਦਾ ਕਿ ਸ਼ਾਇਦ ਆਖਰੀ ਖਬਰ ਹੋਏਗੀ। ਬਿਲਕੁਲ। ਉਹਦਾ ਕਾਰਨ ਕੀ ਹੈ, ਕਿਉਂਕਿ ਜਿਹੜੀ ਨਾ ਇਹ ਖਬਰ ਆ ਰਹੀ ਹੈ, ਪਹਿਲਾਂ ਮੈਂ ਤੁਹਾਨੂੰ ਖਬਰ ਦੱਸ ਦਿੰਦਾ, ਫਿਰ ਇਹਦਾ ਅੱਗੇ ਪਿੱਛੇ ਵਾਲੀਆਂ ਤੰਦਾਂ ਵੀ ਜੋੜੂੰਗਾ। ਬਿਲਕੁਲ ਜੀ। ਮਹਾਰਾਸ਼ਟਰ ਦਾ ਨਾਗਪੁਰ ਦਾ ਇਲਾਕਾ, ਨਾਗਪੁਰ ਕਾਫੀ ਇੱਕੋ ਸਮੇਂ ਕਈ ਚੀਜ਼ਾਂ ਦਾ ਕਰਮ ਭੂਮੀ ਰਹੀ ਹੋਈ ਹੈ। ਕਈ ਐਕਟਿਵਿਸਟ ਵੀ ਨਾਗਪੁਰ ਦੇ ਵਿੱਚੋਂ ਆਉਂਦੇ ਆ, ਅੰਬੇਡਕਰ ਸਾਹਿਬ ਦਾ ਵੀ ਤਲਕ ਨਾਗਪੁਰ ਦੇ ਨਾਲ ਹੀ ਹੈ, ਤੇ ਦੂਜੇ ਪਾਸੇ RSS ਦੀ ਜਿਹੜੀ ਹੈਗੀ ਹੈ ਭੂਮੀ ਹੈ, ਹੈੱਡਕੁਆਟਰ ਉਹ ਵੀ ਉੱਥੇ ਹੀ ਹੈ। ਤੇ ਇੱਥੋਂ ਦੀ ਘਟਨਾ ਇਹ ਹੈਗੀ ਹੈ ਕਿ ਇੱਥੇ ਇੱਕ ਮਾਤਾ ਪਿਤਾ ਨੇ ਆਪਣੀ 5 ਸਾਲ ਦੀ ਬੇਟੀ ਨੂੰ ਕਤਲ ਕਰ ਦਿੱਤਾ। ਕਈ ਦਿਨਾਂ ਤੋਂ ਬਿਮਾਰ ਰਹਿੰਦੀ ਸੀ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇਹਦਾ ਕਾਰਨ ਕੀ ਹੈ, ਪੁਲਿਸ ਨੇ ਪਤਾ ਕੀਤਾ ਉਹਨਾਂ ਨੂੰ ਫੜ ਕੇ, ਤਾਂ ਉਹਨਾਂ ਨੂੰ ਵਹਿਮ ਸੀਗਾ ਕਿ ਸਾਡੀ ਕੁੜੀ ਦੇ ਉੱਤੇ ਕੋਈ ਦੁਸ਼ਟ ਆਤਮਾ ਦਾ ਪ੍ਰਭਾਵ ਹੈ, ਜਿਹਦੇ ਕਰਕੇ ਉਹਨਾਂ ਨੇ ਕੀਤਾ, ਨਿਜਾਤ ਪਾਉਣ ਲਈ ਕੀਤਾ। ਲੜਕੀ ਦੇ ਹੱਥ ਪੈਰ ਬੰਨ੍ਹ ਦਿੱਤੇ, ਜਿਸ ਤੋਂ ਬਾਅਦ ਸਰੀਰ ਦੇ ਵਿੱਚ ਕਿਸੇ ਭੈੜੀ ਆਤਮਾ ਨੇ ਦਾਖਲ ਕਰ ਦਿੱਤਾ। ਦਾਖਲ ਹੋ ਗਈ, ਉਹਨਾਂ ਨੂੰ ਸ਼ੱਕ ਸੀ
ਫਿਰ ਉਹਨਾਂ ਨੇ ਜਿਹੜਾ ਉਹਨੂੰ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਵੀ ਆਪਦੇ ਜਾਨ 'ਚ ਉਹ ਦੁਸ਼ਟ ਆਤਮਾ ਨੂੰ ਕੁੱਟਮਾਰ ਕਰ ਰਹੇ ਸੀਗੇ। ਇਹ ਹਿਲਜੁਲ ਦੇ ਵਿੱਚ ਸਾਰਾ ਕੁਝ ਜਦੋਂ ਹੋਇਆ ਤੇ ਜਿਹੜੀ ਬੱਚੀ ਹੈਗੀ ਆ ਉਹ ਜ਼ਖਮੀ ਹੋ ਗਈ, ਅਧਮੋਈ ਵਾਲੀ ਹਾਲਤ 'ਚ ਹੋ ਗਈ, ਹਸਪਤਾਲ ਲਿਜਾਇਆ ਗਿਆ ਤੇ ਉੱਥੇ ਕੁੜੀ ਨੂੰ ਜਿਹੜਾ ਮ੍ਰਿਤਕ ਘੋਸ਼ਿਤ ਕੀਤਾ ਗਿਆ। ਇਹ ਮਤਲਬ ਕਿ ਇੱਕ ਛੋਟੀ ਬੱਚੀ ਅੰਧ ਵਿਸ਼ਵਾਸ ਤੇ ਮਤਲਬ ਭੇਟ ਚੜ ਗਈ। ਇਸੇ ਤਰ੍ਹਾਂ ਹੀ ਸਾਡੇ ਸੰਥਾਲ ਦਾ ਇਲਾਕਾ ਜਿਹੜਾ, ਉੱਥੇ ਇਹ ਜਿਹੀਆਂ ਘਟਨਾਵਾਂ ਅਕਸਰ ਹੀ ਵਾਪਰਦੀਆਂ ਵੀ ਕੋਈ ਏਦਾਂ ਦੇ ਆਪ ਜਿਹੜੇ ਸ਼ਰਾਰਤੀ ਕਿਸਮ ਦੇ ਸਾਧ ਨੂੰ ਬੁਲਾਉਂਦੇ ਨੇ, ਉਹ ਕਹਿ ਦਿੰਦਾ ਵੀ ਫਲਾਨੀ ਔਰਤ, ਫਲਾਨੀ ਕੁੜੀ, ਫਲਾਨੀ ਬੱਚੀ ਦੇ ਵਿੱਚ ਤਾਂ ਆਤਮਾ ਆਈ ਹੋਈ ਹੈ। ਉਹਦੇ ਵਿੱਚ ਉਹਨਾਂ ਨੂੰ ਇਸੇ ਤਰ੍ਹਾਂ ਹੀ ਰੋੜੇ ਮਾਰੇ ਜਾਂਦੇ ਨੇ, ਕੁੱਟਿਆ ਮਾਰਿਆ ਜਾਂਦਾ, ਉਹਨਾਂ ਦੀ ਮੌਤ ਹੋ ਜਾਂਦੀ ਹੈ। ਕਈ ਥਾਵਾਂ ਉੱਤੇ ਜੇ ਦੁਸ਼ਮਣੀ ਕੱਢਣੀ ਹੋਵੇ ਇਹੋ ਜਿਹਾ ਆਪਣੇ ਇਲਜ਼ਾਮਾਤ ਵੀ ਲਾ ਦਿੱਤੇ ਜਾਂਦੇ ਨੇ। ਫਿਰ ਉਹਦੇ ਵਿੱਚ ਹੋਰ ਵੀ ਛੋਟ ਹੁੰਦੀ ਹੈ। 2000 ਦੇ ਅੱਜ ਤੋਂ 2002 ਦੀ ਜਾਂ 3 ਦੀ ਗੱਲ ਆ, ਮਹਾਰਾਸ਼ਟਰ ਤੋਂ ਨਿਕਲਦਾ ਹੋਇਆ ਇੱਕ, ਜਿਵੇਂ ਆਪਣੇ ਪੰਜਾਬ 'ਚ ਇੱਕ ਤਰਕਸ਼ੀਲ ਮੈਗਜ਼ੀਨ ਨਿਕਲਦਾ ਨਾ, ਉਦੋਂ ਮਹਾਰਾਸ਼ਟਰ ਦੇ ਵਿੱਚੋਂ ਹੀ ਅੰਧ ਸ਼ਰਧਾ ਨਿਰਮੂਲ ਸੰਮਤੀ ਹੈ, ਜਿਹਦੇ ਕਿ ਦਬੋਲਕਰ ਹੁਣੇ ਫਾਊਂਡਰ ਸੀਗੇ, ਨਰਿੰਦਰ ਦਬੋਲਕਰ, ਜਿਹਨਾਂ ਨੂੰ ਕੱਟੜਵਾਦੀਆਂ ਨੇ ਮਾਰਿਆ। ਤੇ ਉਹਨਾਂ ਦੇ ਮੈਗਜ਼ੀਨ ਦੇ ਵਿੱਚ ਇਹ ਸਟੋਰੀਆਂ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਕਿ ਜਦੋਂ ਮਤਲਬ ਇਸ ਤਰ੍ਹਾਂ ਦਾ ਕੋਈ ਬੈਰ ਵਿਰੋਧ ਕੱਢਣਾ ਹੋਵੇ ਕਿਸੇ ਪਰਿਵਾਰ ਨਾਲ, ਉਸ ਔਰਤ ਨੂੰ ਠਹਿਰਾ ਦਿੱਤਾ ਜਾਂਦਾ, ਫਿਰ ਉਹਨੂੰ ਕੁੱਟਣ ਮਾਰਨ, ਇੱਥੋਂ ਤੱਕ ਕਿ ਰੇਪ ਕਰਨ ਦੀ ਵੀ ਕਬੀਲੇ ਵੱਲੋਂ ਇਜਾਜ਼ਤ ਹੁੰਦੀ ਹੈਗੀ, ਉਹ ਹੁੰਦਾ ਵੀ ਹੈ। ਇਹ ਚੀਜ਼ਾਂ ਜਿਹੜੀਆਂ ਸਾਡੇ ਭਾਰਤ ਵਿੱਚ ਯਥਾਸਥਿਤੀ ਵਿੱਚ ਉਦਾਂ ਹੀ ਜਾਰੀ ਨੇ। ਹੋਰ ਦੂਰ ਜਾਣ ਦੀ ਛੱਡੋ, ਮੈਂ ਤੁਹਾਨੂੰ 2011 ਜਾਂ 12 ਦੀ ਗੱਲ ਧਿਆਨ ਦਿਵਾਉਣਾ ਚਾਹੁੰਦਾ। ਆਪਣੇ ਮੋਗੇ ਜ਼ਿਲ੍ਹੇ ਦੀ ਹੈ ਘਟਨਾ ਇਹ। ਉੱਥੇ ਪ੍ਰੇਤ ਕੱਢਣ ਦੇ ਬਹਾਨੇ ਇੱਕ ਛੋਟੇ ਬੱਚੇ ਨੂੰ ਚਮਟਿਆਂ ਦੇ ਨਾਲ ਉਹ ਕਰ ਦਿੱਤਾ ਗਿਆ ਸੀਗਾ। ਉਹ ਵੀ ਉਹਦੀ ਸਕੀ ਦਾਦੀ ਵੱਲੋਂ ਜਾਂ ਉਹਦੀ ਆਪਣੇ ਬਠਿੰਡੇ 'ਚ ਵੀ ਦੇਖ ਲਓ ਹੋਇਆ, ਬਠਿੰਡੇ ਨੇ ਵੀ ਦਾਦੀ ਨੇ ਬੱਚੇ ਮਾਰਤੇ ਸੀ। ਹਾਂ, ਇਹ ਮੋਗੇ ਜ਼ਿਲ੍ਹੇ ਦਾ ਕਾਫੀ ਸੀ ਤੇ ਪੰਜਾਬ ਦੀ ਤਰਕਸ਼ੀਲ ਸੋਸਾਇਟੀ ਨੇ ਵੀ ਇਹਦਾ ਨੋਟਿਸ ਲਿਆ ਸੀਗਾ ਤੇ ਸ਼ਾਇਦ ਤੁਹਾਡੇ ਬਠਿੰਡੇ ਵਾਲਾ ਵੀ ਲਿਆ ਸੀ ਮੇਰੇ ਖਿਆਲ ਉਹਨਾਂ ਦਿਨਾਂ ਦੇ ਵਿੱਚ। ਉਹ ਮਤਲਬ ਬਿਲਕੁਲ ਆਪਣੇ ਪਰਿਵਾਰ ਵਾਲਿਆਂ ਨੇ, ਮਤਲਬ ਆਪਣੇ ਖੂਨ ਦੇ ਰਿਸ਼ਤੇ ਜਿਵੇਂ ਆ ਮਾਂ ਬਾਪ ਨੇ ਕੀਤਾ ਹੈਗਾ। ਹੁਣ ਚੱਕਰ ਇਹ ਹੈਗਾ ਵੀ ਸਾਡਾ ਹਿੰਦੁਸਤਾਨ ਇੱਕ ਪਾਸੇ ਤਾਂ ਅਸੀਂ ਦਮਗਜ਼ੇ ਮਾਰ ਰਹੇ ਹਾਂ, ਅਸੀਂ ਕਹਿ ਰਹੇ ਹਾਂ ਕਿ ਦੇਖੋ ਜੀ ਅਸੀਂ ਆਪਣੇ ਮੁਲਕ ਦੇ ਵਿੱਚ ਆਜ਼ਾਦੀ ਦੀ ਜਿਹੜੀ ਹੈਗੀ ਆ ਵਰ੍ਹੇਗੰਢ ਮਨਾ ਰਹੇ ਹਾਂ। ਸਾਡਾ ਜਿਹੜਾ ਮੁਲਕ ਹੈਗਾ ਸੁੱਖ ਨਾਲ ਜੀ ਦੇਖੋ, ਇਹ ਤਾਂ ਹੁਣ ਜਿਹਨੂੰ ਕਹਿੰਦੇ ਨੇ ਕਿ 75 ਸਾਲ ਤੋਂ ਵੀ ਉੱਪਰ ਪੂਰੇ ਕਰ ਗਿਆ ਹੈਗਾ ਸਾਡਾ ਮੁਲਕ। ਤੇ ਦੂਜੇ ਪਾਸੇ ਇੰਨੇ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਸਾਡੇ ਮੁਲਕ ਦੇ ਵਿੱਚ ਉਸੇ ਤਰ੍ਹਾਂ ਅੰਧ ਵਿਸ਼ਵਾਸ ਨੇ, ਅੰਧ ਵਿਸ਼ਵਾਸਾਂ ਦੀ ਭੇਟ ਇਨਸਾਨ ਚੜ ਜਾਂਦਾ ਹੈਗਾ। ਇਹ ਇੱਕ ਬੜਾ ਹੀ ਡਰਾਉਣਾ ਪੱਖ ਹੈ ਸਾਡੇ, ਜਾਂ ਕਹਿ ਲਓ ਕਿ ਸਾਡੇ ਜਿਹੜੀ ਅਸੀਂ ਵਿਕਾਸ ਤੇ ਤਰੱਕੀ ਦੇ ਦਾਅਵੇ ਕਰਦੇ ਹਾਂ, ਉਹਦੀ ਸੱਚਾਈ ਇਹ ਹੈਗੀ ਆ ਸਾਡਾ ਖੋਖਲਾਪਣ ਹੈ, ਜਿਹੜਾ ਅਸੀਂ ਅਜੇ ਤੱਕ ਵੀ ਆਪਣੀਆਂ ਬਲਗਣਾ ਨੂੰ, ਆਪਣੀਆਂ ਰੂੜੀਵਾਦੀ ਵਿਸ਼ਵਾਸਾਂ ਨੂੰ, ਉਹਨਾਂ ਨੂੰ ਤਿਲਾਂਜਲੀ ਨਹੀਂ ਦੇ ਸਕੇ। ਜੇ ਅਸੀਂ ਤਰੱਕੀ ਉਹ ਹੁੰਦੀ ਹੈ ਜਿਹੜਾ ਸਮਾਜ ਜਿਹੜਾ ਹੈਗਾ ਰੌਸ਼ਨ ਵੀ ਹੋਵੇ, ਉਹਨੂੰ ਜਿਹੜਾ ਹੈਗਾ ਗਿਆਨ ਦਾ ਨਾ ਰੁਸ਼ਨਾਇਆ ਵੀ ਹੋਵੇ। ਹਾਲੇ ਸਾਡਾ ਜਿਹੜਾ ਪੂਰਾ ਸਮਾਜ ਆ, ਭਾਰਤੀ ਸਮਾਜ ਆ ਜਿਹੜਾ, ਉਹ ਗਿਆਨ ਨਾਲ ਰੁਸ਼ਨਾਇਆ ਨਹੀਂ ਹੈਗਾ। ਅਜੇ ਵੀ ਸਾਨੂੰ ਉਹੀ ਪੁਰਾਣੀਆਂ ਘਿਸੀਆਂ ਪੱਟੀਆਂ ਜਿਹੜੀਆਂ ਵੈਲਿਊ ਸਿਸਟਮ ਹੈ, ਉਹਨੇ ਸਾਨੂੰ ਦਬੋਚ ਕੇ ਰੱਖਿਆ ਹੋਇਆ। ਨਹੀਂ, ਇਹਦੇ ਵਿੱਚ ਮੈਨੂੰ ਲੱਗਦਾ ਆਪਾਂ ਖਾਲਸਾ ਜੀ ਦੀ ਕਾਲ ਲੈ ਕੇ ਫਿਰ ਅੱਗੇ ਗੱਲ ਕਰਦੇ। ਖਾਲਸਾ ਜੀ, ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਸ ਵੀ ਨਾਲ ਜੋ ਕੁਝ ਹੋਇਆ ਇਹ ਬਿਲਕੁਲ ਗਲਤ ਹੋਇਆ। ਔਰ ਜਿਹੜਾ ਪੁੱਤਰ ਹੈ ਉਹ ਤਾਂ ਆਦਮੀ ਦੇ ਵੀਰ ਤੇ ਹੈ ਜੀ। ਔਰ ਇਹ ਗੱਲ, ਔਰ ਅਗਲੀ ਗੱਲ ਮੈਂ ਕਹਿ ਦੇਣੀ ਚਾਹੁੰਦਾ ਕਿ ਅੱਗੇ ਵਾਸਤੇ ਇਹੀ ਜਿਹੀ ਗੱਲ ਨਾ ਵਾਪਰੇ ਜੀ। ਤੇ ਪਰ ਇਸ ਬੱਚੀ ਨੂੰ ਇਹ ਨਿਊਯਾਰਕ ਦੇ ਵਿੱਚ ਦੇਖੋ ਕਿੰਨੀਆਂ ਸੰਸਥਾਵਾਂ ਨੇ ਜਿਹੜੀਆਂ ਔਰਤਾਂ ਦੀ ਮਦਦ ਕਰਦੀਆਂ ਤੇ ਗੁਰਦੁਆਰਾ ਸਾਹਿਬ ਵੀ ਕੋਈ ਸਿੱਖ ਜਥੇਬੰਦੀਆਂ ਵੀ ਹੋਣੀਆਂ ਤੇ ਉੱਥੇ ਇਸ ਬੱਚੀ ਨੂੰ ਜਾਣਾ ਚਾਹੀਦਾ ਸੀ ਔਰ ਆਪਦੀ ਇਨਸਾਫ ਦੀ ਗੱਲ ਕਰਨੀ ਚਾਹੀਦੀ ਸੀ। ਤੇ ਮਰ ਕੇ ਮੈਂ ਇਹ ਗੱਲ ਕਹਿਣਾ, ਮਰਨ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ, ਜਿਉਂਦੇ ਜੀ ਐਸਾ ਟਾਕਰਾ ਕਰਦੀ ਤੇ ਮਿਸਾਲ ਕਾਇਮ ਕਰ ਜੀ। ਮੈਂ ਤਾਂ ਇੰਨਾ ਹੀ ਕਹਿਣਾ। ਮਿਹਰਬਾਨੀ ਜੀ। ਜੀ ਸ਼ਵਿੰਦਰ। ਹਾਂ ਜੀ, ਮੇਰੇ ਖਿਆਲ ਉਸੇ ਘਟਨਾ ਬਾਰੇ ਗੱਲ ਜ਼ਿਕਰ ਕਰ ਰਹੇ ਹੈਗੇ। ਹਾਂ ਬਿਲਕੁਲ, ਹਾਂ ਬਿਲਕੁਲ। ਦੇਖੋ, ਮੈਂ ਤਾਂ ਇਹਦੇ ਬਾਰੇ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਹਾਲ ਦੀ ਘੜੀ ਜਿਸ ਲੋਕ ਸਾਡੇ ਕੋਲ ਖਬਰਾਂ ਪਹੁੰਚੀਆਂ ਵੀ ਇਹ ਘਟਨਾ ਜਿਹੜਾ ਵਿਦੇਸ਼ਾਂ ਵਿੱਚ ਵਸਦੇ ਸਾਡੇ ਜਿਹੜੇ ਪੰਜਾਬੀ ਸਮਾਜ ਦੇ ਵਿੱਚ ਕੋਈ ਪਹਿਲੀ ਘਟਨਾ ਨਹੀਂ ਹੈਗੀ। ਜੀ 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 ਜੀ। ਪਹਿਲਾਂ ਵੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਤੇ ਉਹ ਜਿਹੜੀਆਂ ਸਾਰੀਆਂ ਵੈਲਿਊ ਸਿਸਟਮ ਹੈਗਾ ਉਹ ਬਹੁਤ ਸਾਰਾ ਹਾਲੇ ਸਾਡੇ ਨਾਲ ਉੱਥੇ ਵੀ ਗਿਆ ਹੈਗਾ। ਹਾਲੇ ਸਾਡਾ ਜਿਹੜਾ ਹੈਗਾ ਉੱਥੇ ਦੇ ਸਮਾਜ ਦੇ ਵਿੱਚ ਸਮਾਜਾਂ ਦੇ ਨਾਲ ਉਸ ਤਰ੍ਹਾਂ ਅਸੀਂ ਸਮਾਜਾਂ ਚਲੇ ਤਾਂ ਗਏ ਹਾਂ, ਉੱਥੇ ਦੇ ਸਮਾਜਾਂ ਦੇ ਵਿੱਚ ਅਸੀਂ ਬਹੁਤ ਕੁਝ ਅਰਜਿਤ ਵੀ ਕਰ ਲਿਆ, ਪਰ ਸਾਡੀਆਂ ਕਈ ਸਾਰੀਆਂ ਰੀਤਾਂ ਰਵਾਇਤਾਂ ਉਹ ਸਾਰੀਆਂ ਉਹੀ ਹੈਗੀਆਂ ਨੇ, ਸਾਡਾ ਸੱਭਿਆਚਾਰਕ ਚੀਜ਼ਾਂ ਵੀ ਉਹੀ ਹੈਗੀਆਂ ਨੇ।
ਉਹਦੇ ਵਿੱਚੋਂ ਫਿਰ ਕਈ ਸਾਰੀਆਂ ਇਦਾਂ ਦੀਆਂ ਘਟਨਾਵਾਂ ਵਾਪਰਦੀਆਂ ਜਿਹਦੇ ਵਿੱਚੋਂ ਕਿਤੇ ਨਾ ਕਿਤੇ ਔਰਤ ਵੀ ਵੱਧ ਪੀੜਤ ਹੁੰਦੀ ਹੈ। ਪਿੱਛੇ ਜਿਹੇ ਸੁਖਵੰਤ ਹੁੰਦਲ ਨੇ ਆਪਣੇ ਕੈਨੇਡਾ ਰਹਿੰਦੇ ਨੇ ਪੰਜਾਬੀ ਦੇ ਸਾਹਿਤਕਾਰ ਨੇ, ਉਹਨਾਂ ਦਾ ਬਹੁਤ ਅੱਛਾ ਕੰਮ ਹੀ ਇਹ ਕੀਤਾ ਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿ ਰਹੀਆਂ ਪੰਜਾਬੀ ਔਰਤਾਂ ਨੇ ਨਾ, ਉਹ ਕਿਵੇਂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ, ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ, ਜਾਂ ਉਹਨਾਂ ਨੂੰ ਕਿਵੇਂ ਉੱਥੇ ਕਿਸ ਤਰ੍ਹਾਂ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਔਰ ਸੋਚ ਕੇ ਰੌਂਗਟੇ ਖੜੇ ਹੋ ਜਾਂਦੇ ਨੇ ਵੀ ਅੱਛਾ ਜਿਹੜੇ ਇੱਥੋਂ ਜਾ ਕੇ ਉੱਥੇ ਵੀ ਰਹਿੰਦੇ ਨੇ, ਉੱਥੇ ਦੇ ਵੀ ਜਿਹੜਾ ਆਪਣਾ ਉਹਨਾਂ ਦਾ ਜਿਹੜਾ ਵੈਲਿਊ ਸਿਸਟਮ ਆ ਜਾਂ ਪਰਿਵਾਰਕ ਸਿਸਟਮ ਹੈ ਉਹ ਨਹੀਂ ਬਦਲਿਆ। ਬੇਸ਼ੱਕ ਉਹ ਮਤਲਬ ਲੋਕ ਪੈਸੇ ਆ ਗਏ ਉਹਨਾਂ ਕੋਲ, ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਵਧੀਆ ਹੋ ਗਿਆ, ਇੱਥੇ ਜਦੋਂ ਆਉਂਦੇ ਨੇ ਇੱਥੇ ਆ ਕੇ ਉਹ ਦਿਖਾਉਂਦੇ ਵੀ ਨੇ ਵੀ ਹਾਂ ਵੀ ਸਾਡਾ ਵਧੀਆ ਹੋ ਗਿਆ, ਪਰ ਜਿਹੜੀਆਂ ਇੱਕ ਉਹ ਜਿਹੜੀਆਂ ਪੈਟਰੀਆਰਕੀ ਪਿੱਤਰੀ ਸੱਤਾ ਵਾਲੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ ਉਹ ਨਾਲ ਨੇ ਹੈ। ਤੇ ਖੈਰ ਮੈਂ ਸਿਰਫ ਇਸ ਕੇਸ ਦੀ ਰੌਸ਼ਨੀ 'ਚ ਨਹੀਂ ਕਹਿ ਰਿਹਾ ਕਿ ਇਸ ਕੇਸ ਬਾਰੇ ਹਾਲੇ ਮੈਨੂੰ ਉਨੀ ਜਾਣਕਾਰੀ ਨਹੀਂ ਹੈਗੀ, ਮੈਂ ਇਹਨੂੰ ਓਵਰਆਲ ਟੋਟੈਲਿਟੀ 'ਚ ਗੱਲ ਕਰ ਰਿਹਾ, ਜਿਹੜੀਆਂ ਪਹਿਲਾਂ ਵੀ ਘਟਨਾਵਾਂ ਵਾਪਰ ਰਹੀਆਂ ਨੇ ਵਾਪਰੀਆਂ ਹੋਈਆਂ ਨੇ ਉਹਨਾਂ ਦੀ ਰੌਸ਼ਨੀ 'ਚ ਗੱਲ ਕਰ ਰਿਹਾ। ਜੀ ਬਿਲਕੁਲ। ਵੈਸੇ ਇੱਕ ਦੂਸਰੀ ਗੱਲ ਕਰਕੇ ਭਾਰਤ ਦੇ ਵਿੱਚ ਮੈਂ ਇਸ ਨੂੰ ਮੁੱਖ ਤੌਰ ਦੇ ਉੱਤੇ ਲੈ ਕੇ ਜਿਹੜੇ ਟੈਲੀਵਿਜ਼ਨ ਸ਼ੋਅ ਨੇ ਉਹ ਵੀ ਰਿਸਪੌਂਸੀਬਲ ਨੇ ਕਿਤੇ ਟੂਣੇ ਟਾਮਣਾ ਦੇ ਲਈ, ਜਿਹੜੀ ਆਪਾਂ ਬੱਚੇ ਦੀ ਮੌਤਾਂ ਦੀ ਗੱਲ ਕੀਤੀ ਹੈ, ਕਿਉਂਕਿ ਇੱਥੇ ਮੈਂ ਵੇਖਿਆ ਕਿ ਇੱਕ ਨਿਊਜ਼ ਚੈਨਲ ਜਿਹਦੇ 'ਚ ਮੈਂ ਵੀ ਕੰਮ ਕੀਤਾ ਹੈ, ਉਹ ਤਾਂ ਬਸ ਇੱਕ ਟਾਈਮ ਤਾਂ ਇਹੋ ਜਿਹਾ ਹੀ ਆ ਗਿਆ ਸੀਗਾ ਕਿ ਉਹ ਇਹੋ ਜਿਹੀਆਂ ਕਹਾਣੀਆਂ ਹੀ ਸੁਣਾਈ ਜਾਂਦਾ ਖਬਰਾਂ ਦੀ ਥਾਂ 'ਤੇ। ਤੁਸੀਂ ਤਾਂ ਗੱਲ ਨਾਂ ਨਹੀਂ ਲੈ ਰਹੇ, ਮੈਂ ਤਾਂ ਨਾਂ ਵੀ ਲੈ ਲੈਂਦਾ। ਉਹਦਾ ਕਾਰਨ ਕੀ ਹੈ ਕਿ ਪੁਰਨਪ੍ਰਸੰਨ ਵਾਜਪਾਈ ਹੈ ਜਿਹੜੀ ਉਹ ਵੀ ਉਸ ਚੈਨਲ ਦੇ ਵਿੱਚ ਕੰਮ ਕਰ ਚੁੱਕੇ ਹੈਗੇ ਨੇ, ਉਹਦਾ ਖੁਦ ਨਾਂ ਲੈ ਕੇ ਗੱਲ ਕਰਦੇ ਨੇ। ਅੱਜ ਤੱਕ ਦੀ ਗੱਲ ਕਰਦੇ ਹੋ ਸ਼ਾਇਦ ਤੁਸੀਂ? ਨਹੀਂ, ਇੰਡੀਆ ਟੀਵੀ ਦੀ ਜੀ, ਇੰਡੀਆ ਟੀਵੀ ਦੇ ਵਿੱਚ ਵੀ ਮੋਹਰੀ ਅੱਜ ਤੱਕ ਵੀ ਮੋਹਰੀ ਰਿਹਾ। ਜਦੋਂ ਟਾਈਮ ਹੁੰਦਾ ਸੀ ਨਾ 2003, 4 ਦਾ ਜਾਂ 5 ਦਾ ਟਾਈਮ ਸੀਗਾ, ਇਹਨਾਂ ਚੈਨਲਾਂ 'ਚ ਰੇਸ ਲੱਗੀ ਹੋਈ ਸੀਗੀ ਕਿ ਵੀ ਸਭ ਤੋਂ ਵੱਧ ਇਹੋ ਜਿਹੀਆਂ ਮਸਾਲੇਦਾਰ ਕਹਾਣੀਆਂ ਕੌਣ ਸੁਣਾਊਗਾ, ਤੇ ਇਹ ਸੁਣਾਊ ਜਾਂ ਉਹ ਸੁਣਾਊਗਾ। ਕਿਉਂਕਿ ਅੱਜ ਤੱਕ ਦੇ ਵਿੱਚ ਜਦੋਂ ਐਸਪੀ ਸਿੰਘ ਟਾਈਪ ਦੇ ਜਿਹੜੇ ਹੁੰਦੇ ਸੀ ਨਾ ਜਰਨਲਿਸਟ, ਮੈਂ ਪੰਜਾਬ ਵਾਲੇ ਐਸਪੀ ਦੀ ਗੱਲ ਨਹੀਂ ਕਰਦਾ ਕਿ ਹਿੰਦੀ ਪੱਤਰਕਾਰੀ 'ਚ ਬਹੁਤ ਤਕੜਾ ਨਾਂ ਹੁੰਦਾ ਸੀਗਾ ਐਸਪੀ ਸਿੰਘ ਦਾ, ਤੇ ਉਸ ਐਸਪੀ ਦੀ ਗੱਲ ਕਰਦਾ। ਜਦੋਂ ਤੱਕ ਤਾਂ ਉਹ ਐਸਪੀ ਵਰਗੇ ਪੱਤਰਕਾਰ ਰਹੇ ਨੇ ਉਦੋਂ ਤੱਕ ਤਾਂ ਅੱਜ ਤੱਕ ਦੇ ਵਿੱਚ ਵੀ ਅੱਛੀ ਵੈਲਿਊ ਸਿਸਟਮ ਰਿਹਾ। ਉਦੋਂ ਉੱਪਰ ਉਹਦੀ ਮੌਤ ਤੋਂ ਬਾਅਦ ਜਿਹੜਾ ਉਹ ਸਾਰਾ ਖਤਮ ਹੋ ਗਿਆ। ਐਸਪੀ ਦਾ ਟਾਈਮ ਪਿੰਡੋ ਉਦੋਂ ਹੁੰਦਾ ਸੀਗਾ ਆਪਣਾ ਦਾਨੇਲੇ ਸਾਹਿਬ, ਜਦੋਂ 95 ਦੇ ਵਿੱਚ ਨੇ ਜਾਂ 90 ਦੇ ਦਹਾਕੇ 'ਚ ਨਾ, ਤੁਹਾਨੂੰ ਯਾਦ ਹੋਣਾ ਵੀ ਅੱਜ ਤੱਕ ਨੇ ਦੂਰਦਰਸ਼ਨ ਤੋਂ ਟਾਈਮ ਖਰੀਦਿਆ ਹੋਇਆ ਸੀਗਾ। ਹਾਂ ਬਿਲਕੁਲ, ਉਦੋਂ ਇਹ ਸਿਸਟਮ ਸੀਗਾ। 10 ਮਿੰਟ ਅੱਜ ਤੱਕ ਕੋਲੇ ਸੀ ਡੀਡੀ ਮੈਟਰੋ ਦੇ ਉੱਤੇ, ਐਨਡੀਟੀਵੀ ਕੋਲੇ 10 ਮਿੰਟ ਨਾ 5 ਮਿੰਟ ਅੱਜ ਤੱਕ ਕੋਲੇ ਸੀ, 10 ਮਿੰਟ ਐਨਡੀਟੀਵੀ ਕੋਲੇ ਸੀ, ਤੇ 20 ਮਿੰਟ ਸੀਗੇ ਅੰਖੋ ਦੇਖੀ ਕੋਲੇ। ਹਾਂ ਆਂਖੇ ਦੇਖੀ ਉਹ ਲੈ ਕੇ ਆਉਂਦੀ ਹੁੰਦੀ ਸੀਗੀ, ਹਾਂ ਨੱਲੀ। ਹਾਂਜੀ, ਇਹਦੇ ਵਿੱਚ ਫਿਰ ਹੋਇਆ ਕਿ ਉਦੋਂ ਤੱਕ ਉਹ ਐਸਪੀ ਵਰਗੇ ਨਾ ਐਡੀਟਰਾਂ ਦੀ ਮਿਹਨਤ ਸਦਕਾ ਇਹ ਕੰਮ ਚੱਲਿਆ, ਤੇ ਅੱਜ ਤੱਕ ਵੀ ਆਪਣੇ ਪੈਰਾਂ ਪਰ ਖੜਾ ਹੋਇਆ। ਉਹਨੇ ਆਪਣੇ 24 ਆਵਰਸ ਤੱਕ ਪਹੁੰਚਿਆ ਉਹ। ਲੇਕਿਨ ਉਸ ਤੋਂ ਬਾਅਦ ਜਿਵੇਂ ਉਹ ਐਸਪੀ ਵਰਗੇ ਜਰਨਲਿਸਟਾਂ ਦੀ ਮੌਤ ਹੋਈ, ਐਡੀਟਰ ਕਹਿਣਾ ਚਾਹੀਦਾ, ਐਡੀਟਰ ਦੀ ਮੌਤ ਹੋਈ, ਤਾਂ ਉਹਦੇ ਵਿੱਚ ਜਿਹੜਾ ਹੈਗਾ ਮਾਲਕਾਂ ਦਾ ਇੱਕ ਅਧਿਕਾਰ ਵੱਧ ਗਿਆ। ਉਸ ਤੋਂ ਬਾਅਦ ਵਿੱਚ ਫਿਰ ਇਹ ਜਿਹੜਾ ਦੌਰ ਸੀਗਾ 4-5 ਵਾਲਾ, ਸ਼ਾਇਦ ਤੁਸੀਂ ਵੀ 4-5 ਵਾਲੇ ਦੌਰ 'ਚ ਹੀ ਕੰਮ ਕੀਤਾ ਹੋਇਆ। ਹਾਂ, ਮੈਂ ਉਹਦੀ ਕੀਤਾ ਜੀ, ਬਿਲਕੁਲ। ਉਹ ਸਾਰੇ ਦੌਰ ਦੇ ਵਿੱਚ ਫਿਰ ਆ ਕਹਾਣੀਆਂ ਭੂਤਾਂ ਦੀਆਂ, ਚੜੇਲਾਂ ਦੀਆਂ, ਇਹ ਵਧੀਆ, ਇਹ ਜਿਹੜੀਆਂ ਹਾਲੇ ਤੱਕ ਵੀ ਬਹੁਤੇ ਚੈਨਲਾਂ ਨੇ ਖੜਾ ਨਹੀਂ ਛੱਡਿਆ ਇਸ ਚੀਜ਼ ਦਾ। ਕਿਉਂਕਿ ਉਹਦੇ ਬਾਰੇ 1-2 ਵਾਰ ਗੱਲ ਕੀਤੀ ਨੇ, ਪੁਰਨਪ੍ਰਸੰਨ ਵਾਜਪਾਈ ਨਾਲ ਵੀ ਮੇਰੀ ਹੋਈ ਆ। ਉਹ ਕਹਿੰਦੇ ਵੀ ਉਹਦਾ ਕਾਰਨ ਇਹ ਸੀਗਾ ਕਿ ਕੋਈ ਹੋਰ ਸਟੋਰੀ ਹੁੰਦੀ ਨਹੀਂ ਸੀਗੀ, ਚਲੋ ਜੀ ਟਾਈਮ ਪਾਸ ਕਰਨਾ ਹੁੰਦਾ ਸੀ 2-3 ਘੰਟੇ ਦਾ। 24 ਘੰਟੇ ਦਾ ਢਿੱਡ ਭਰਨਾ ਬੜਾ ਔਖਾ ਜੀ। ਹਾਂ, ਉਹਦੇ ਵਿੱਚ ਫਿਰ 1-2 ਐਡੀਟਰ ਇਹ ਕੰਮ ਲਈ ਰੱਖੇ ਹੁੰਦੇ ਸੀਗੇ ਵੀ ਚੰਗਾ ਫਿਰ ਤੂੰ ਫਿਰ ਕਹਾਣੀ ਬਣਾਉਣੀ ਹੈ ਕੋਈ ਇਹੋ ਜਿਹੀ ਪੁੱਠੀ ਸਿੱਧੀ ਜੀ, ਤੇ ਉਹਨੇ ਫਿਰ ਇਹਨੂੰ ਬਣਾ ਦੇਣੀ ਤੇ ਮਸਾਲਾ ਲਾ ਕੇ। ਵਿਨੋਦ ਕਾਪੜੀ ਮਸ਼ਹੂਰ ਰਿਹਾ ਇਸ ਕੰਮ ਦੇ ਲਈ, ਮਸ਼ਹੂਰ ਰਿਹਾ। ਤੇ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਰਹੀਆਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਹਾਡੀ ਗੱਲ ਬਿਲਕੁਲ ਸਹੀ ਹੈ 100% ਕਿ ਇਹਨਾਂ ਚੈਨਲਾਂ ਦਾ ਯੋਗਦਾਨ ਰਿਹਾ, ਤੇ ਇਹਨਾਂ ਚੈਨਲਾਂ ਨੇ ਸਾਡੀ ਉਹ ਆਵਾਮ ਨੂੰ ਅੰਨਾ ਕੀਤਾ ਜਿਹੜੀ ਕਹਿਣ ਨੂੰ ਤਾਂ ਪੜ੍ਹੀ ਲਿਖੀ ਹੈ, ਸ਼ਹਿਰੀ ਮੱਧ ਵਰਗੀ ਹੈ, ਫਲਾਨਾ ਢਿੰਗਰਾ ਕੁਛ ਵੀ ਹੈ, ਪਰ ਉਹਨਾਂ ਨੂੰ ਇਹ ਚੈਨਲਾਂ ਨੇ ਐਨ ਪੂਰਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਨਾ ਇਸ ਤਰ੍ਹਾਂ ਦਾ ਗੰਦ ਭਰਿਆ ਜੀ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇਸ ਵਕਤ ਤੁਸੀਂ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ। ਤੁਹਾਡਾ ਟੈਕਸ ਰਿਲੇਟਡ ਜਾਂ ਅਕਾਊਂਟਸ ਰਿਲੇਟਡ ਕੋਈ ਵੀ ਪ੍ਰੋਬਲਮ ਹੈ, ਜਾਂ ਤੁਸੀਂ ਆਪਣੇ ਤੁਸੀਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ, ਸਰਵਿਸਿਜ਼ ਲੈਣਾ ਚਾਹੁੰਦੇ ਹੋ, ਤਾਂ ਐਕਿਊਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਸੋਲ, ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ 2535208886 ਦੇ ਉੱਤੇ ਤੁਸੀਂ ਅਪਾਇੰਟਮੈਂਟ ਬਣਾ ਸਕਦੇ ਹੋ। 24915104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ। ਪੰਜਾਬੀ ਦੇ ਵਿੱਚ ਤੁਸੀਂ ਖੁੱਲ੍ਹ ਕੇ ਜਿਹੜੀ ਆਪਣੀ ਗੱਲਬਾਤ ਰੱਖ ਸਕਦੇ ਹੋ। ਤੁਹਾਡੇ ਘਰੇ ਮਹਿਮਾਨ ਆ ਗਏ ਨੇ, ਜਾਂ ਫਿਰ ਤੁਸੀਂ ਡਾਈਨ ਆਊਟ ਕਰਨਾ, ਜਾ ਕੇ ਉੱਥੇ ਤੁਸੀਂ ਸਪਾਈਸ ਪਲੇਸ ਇੰਡੀਅਨ ਰੈਸਟੋਰੈਂਟ 'ਤੇ ਤੁਸੀਂ ਜਾ ਕੇ ਡਾਈਨ ਇਨ ਕਰ ਸਕਦੇ ਹੋ, ਜਾਂ ਫਿਰ ਔਨਲਾਈਨ ਡਿਲੀਵਰੀ ਮੰਗਾ ਸਕਦੇ ਹੋ। ਵਿਆਹ ਸ਼ਾਦੀ, ਘਰੇ ਖੁਸ਼ੀ ਦਾ ਪਾਠ, ਕਿਸੇ ਤਰ੍ਹਾਂ ਦਾ ਵੀ ਇਕੱਠ ਹੈ ਤਾਂ ਤੁਸੀਂ ਕੈਟਰਿੰਗ ਵੀ ਕਰਵਾ ਸਕਦੇ ਹੋ। 2063531699
2532467296 ਦੇ ਉੱਤੇ ਕਾਲ ਕਰ ਸਕਦੇ ਹੋ। 2 ਲੋਕੇਸ਼ਨਾਂ ਨੇ, ਡਾਈਨ ਇਨ ਦੀ ਹੈ 23609 ਐਵੀਨਿਊ ਕੈਂਟ, ਤੇ ਪਿਕਅਪ ਦੇ ਲਈ ਹੈਗੀ ਹੈ ਜੀ ਡਾਊਨਟਾਊਨ 1520 ਬਰਾਡਵੇ ਸਿਆਟਲ ਦੇ ਵਿੱਚ। ਤੇ ਹੁਣ ਸ਼ਵਿੰਦਰ ਜੀ ਆਪਾਂ ਇਹ ਤਾਂ ਸੀ ਜਿਹੜੀਆਂ ਸਾਡੇ ਸਮਾਜ ਦੇ ਉੱਤੇ ਦੁਸ਼ਟ ਪ੍ਰਭਾਵ ਪਾਉਂਦੀਆਂ ਨੇ। ਲੜਕੀ ਦਾ ਕਤਲ ਹੋਇਆ, ਅਖੀਰਲਾ ਨਹੀਂ, ਅੱਗੇ ਵੀ ਪਤਾ ਨਹੀਂ ਕਦੋਂ ਰੁਕੇਗਾ ਕਦੋਂ ਨਹੀਂ ਰੁਕੇਗਾ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ। ਪਰ ਆਪਾਂ ਹੁਣ ਟਵਿੱਟਰ ਦੀ ਗੱਲ ਕਰਦੇ ਹਾਂ। ਟਵਿੱਟਰ ਕਿਤੇ ਮੰਨਦਾ ਨਹੀਂ ਸੀਗਾ ਵੀ ਕਿਸੇ ਦਾ ਅਸੀਂ ਕੋਈ ਬਿਊਰੋ ਲੀਕ ਕੀਤਾ। ਫੇਸਬੁੱਕ ਦੇ ਉੱਤੇ ਤਾਂ ਬਹੁਤ ਇਲਜ਼ਾਮਾਤ, ਫੇਸਬੁੱਕ, ਔਰਕੁੱਟ, ਯਾਹੂ ਦੇ ਉੱਤੇ ਤਾਂ ਲੱਗਦੇ ਰਹੇ ਨੇ। ਹੁਣ ਕਹਿੰਦੇ ਟਵਿੱਟਰ ਦਾ ਵੀ ਕੁਝ ਖੁਲਾਸਾ ਸਾਹਮਣੇ ਆਇਆ। ਟਵਿੱਟਰ ਤਾਂ 2-3 ਤਰ੍ਹਾਂ ਦੀਆਂ ਨਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ। ਇੱਕ ਤਾਂ ਭਾਰਤ ਦੀ ਸਰਕਾਰ ਖੁਦ ਹੀ ਉਹਨੂੰ ਉਡੀਕੇ 'ਚ ਲਿਆ ਹੋਇਆ ਉਹਨੇ, ਤੇ ਕਿਵੇਂ ਨਾ ਕਿਵੇਂ ਟਵਿੱਟਰ ਦਾ ਦਬਾਅ ਵੀ ਚੰਗਾ ਭਾਈ ਤੁਸੀਂ ਫਿਲਹਾਲ ਸਾਨੂੰ ਜਾਣਕਾਰੀਆਂ ਸਾਂਝੀਆਂ ਕਰ ਫਲਾਣਾ ਢੀਂਗੜਾ। ਤੇ ਦੂਜੇ ਪਾਸੇ ਬਹੁਤ ਸਾਰਿਆਂ ਦਾ ਡਾਟਾ ਸਾਂਝਾ ਹੋਇਆ ਵੀ ਹੈ। ਹੁਣ ਟਵਿੱਟਰ ਨੇ ਮੰਨਿਆ ਵੀ ਹੈ, ਇਹ ਗੱਲ ਟਵਿੱਟਰ ਨੇ ਮੰਨ ਲਈ ਹੈ ਕਿ ਸਾਡੇ ਸੌਫਟਵੇਅਰ ਦੀਆਂ ਕੁਝ ਖਾਮੀਆਂ ਸੀਗੀਆਂ ਜਿਹਦੇ ਕਰਕੇ ਕਈ ਸਾਰੇ ਯੂਜ਼ਰ ਦਾ ਬਿਊਰਾ ਸੀ ਲੀਕ ਕੀਤਾ ਜਾਂ ਸਾਡੇ ਕੋਲੋਂ ਲੀਕ ਹੋਇਆ। ਤੇ ਸੋਸ਼ਲ ਮੀਡੀਆ ਦੇ ਮੰਚ ਟਵਿੱਟਰ ਨੇ ਸਵੀਕਾਰ ਕਰ ਲਿਆ। ਇਹ ਆਪਣੇ ਆਪ 'ਚ ਇੱਕ ਵੱਡੀ ਖਬਰ ਹੈ, ਕਿਉਂਕਿ ਬਹੁਤ ਸਾਰੇ ਇਹਨੂੰ ਲੋਕ ਯੂਜ਼ ਕਰਦੇ ਨੇ, ਮੈਂ ਵੀ ਕਰਦਾ, ਤੁਸੀਂ ਵੀ ਕਰਦੇ ਹੋ। ਇਹਦੇ ਵਿੱਚ ਜਿਹੜਾ ਹੈਗਾ ਨਿੱਜਤਾ ਉਸ ਸਮੇਂ ਇਹ ਜੋਖਮਚਾਈ ਮਹਿਸੂਸ ਹੋਣ ਲੱਗੀ ਹੈ ਜਦੋਂ ਅਦਾਰੇ ਨੇ ਖੁਦ ਮੰਨ ਲਿਆ। ਟਵਿੱਟਰ ਨੇ ਇੱਕ ਇਹ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਅਸਲ ਵਿੱਚ ਤਕਨੀਕੀ ਖਾਮੀ ਸੀਗੀ ਜਿਹਦੇ ਕਰਕੇ ਦੁਨੀਆ ਭਰ ਦੇ ਵਿੱਚ ਕਰੀਬ 53 ਲੱਖ ਸਾਡੇ ਉਪਭੋਗਤਾ ਸੀ ਜਿਹੜੇ ਇਹਦੇ ਨਾਲ ਜੁੜੇ ਹੋਏ ਸੀਗੇ। ਆਨਲਾਈਨ ਵਿਕਰੀ ਲਈ ਅਸੀਂ ਪੇਸ਼ਕਸ਼ ਕੀਤੀ ਸੀਗੀ। ਉਸ ਤੋਂ ਬਾਅਦ ਵਿੱਚ ਜਿਹੜਾ ਫਿਰ ਕੁਝ ਟੈਕਨੀਕਲ ਕੋਈ ਇਹੋ ਜਿਹੇ ਸੌਫਟਵੇਅਰਾਂ ਦਾ ਚੱਕਰ ਹੋਇਆ ਜਿਹਨੂੰ ਉਹਨਾਂ ਨੇ ਆਪਣੀ ਭਾਸ਼ਾ ਦੇ ਵਿੱਚ ਤਕਨੀਕੀ ਭਾਸ਼ਾ ਸਮਝਾਇਆ, ਤੇ ਜਿਹਦੇ ਕਰਕੇ ਸਾਡੇ ਖਪਤਕਾਰਾਂ ਦਾ ਸਾਨੂੰ ਜਿਹੜਾ ਇੱਥੇ ਵਰਤੋਂਕਾਰ ਨੇ ਸਾਡੇ ਉਹਨਾਂ ਦਾ ਡਾਟਾ ਜਿਹੜਾ ਹੈਗਾ ਉਹ ਲੀਕ ਹੋਇਆ। ਹੁਣ ਮਸਲਾ ਇਹ ਇੱਥੇ ਹੀ ਆ ਜਾਂਦਾ ਕਿ ਇਸ ਤੋਂ ਪਹਿਲਾਂ ਲਗਭਗ ਇਹੋ ਜਿਹੇ ਦੋਸ਼, ਚਾਹੇ ਅਮਰੀਕਾ ਦੀ ਪਿਛਲੀ ਇਲੈਕਸ਼ਨ ਦੀ ਸੀਗੀ ਗੱਲ, ਭਾਰਤ ਦੀ 14 ਵਾਲੀ ਇਲੈਕਸ਼ਨ ਤੇ 19 ਵਾਲੀ ਇਲੈਕਸ਼ਨ ਤੇ ਵੀ ਸਵਾਲ ਉੱਠਦੇ ਰਹੇ ਫੇਸਬੁੱਕ ਨੂੰ ਲੈ ਕੇ ਵੀ। ਤੇ ਫਿਰ ਫੇਸਬੁੱਕ ਤੇ ਟਵਿੱਟਰ ਦੀਆਂ ਮਨ ਆਈਆਂ ਸਰਕਾਰ ਦੇ ਕਹਿਣ ਉੱਤੇ ਕਿ ਹਰੇਕ ਦਾ ਅਕਾਊਂਟ ਬਲੌਕ ਕਰ ਦਿੱਤਾ, ਕਦੇ ਕਿਸੇ ਦਾ ਕਰ ਦਿੱਤਾ। ਤੁਸੀਂ ਸਰਕਾਰ ਵਿਰੋਧੀ ਕੋਈ ਪੋਸਟ ਪਾਈ ਤਾਂ ਤੁਹਾਡੀ ਸ਼ਾਮਤ ਆ ਗਈ, ਤੁਹਾਡੀ ਕਿਸੇ ਵੈਬਸਾਈਟ ਨੇ ਜਿਹੜਾ ਕੋਈ ਏਦਾਂ ਦਾ ਆਰਟੀਕਲ ਪ੍ਰਕਾਸ਼ਿਤ ਕੀਤਾ ਤਾਂ ਆ ਗਈ। ਮੇਰੇ ਤੇ ਦੋਵੇਂ ਢੰਗ ਨਾਲ ਆਈ ਹੋਈ ਆ, ਨਿੱਜੀ ਤੌਰ ਤੇ ਵੀ ਆਈ ਹੈ, ਮੇਰੀ ਵੈਬਸਾਈਟ ਤੇ ਵੀ ਆਈ ਹੋਈ ਸੀਗੀ। ਤੇ ਇਸੇ ਤਰ੍ਹਾਂ ਵੱਡੀਆਂ ਭਾਰਤ ਦੀਆਂ ਹੋਰ ਵੈਬਸਾਈਟਸ, ਜਿਵੇਂ ਇੱਥੇ ਇੱਕ ਨੈਸ਼ਨਲ ਦਸਤਕ ਹੈ ਵੈਬਸਾਈਟ, ਉਹਨੂੰ ਫੇਸਬੁੱਕ ਨੇ 13 ਦਿਨਾਂ ਲਈ ਬਲੌਕ ਕਰ ਦਿੱਤਾ ਸੀ। ਇਹ ਉਹ ਤਮਾਮ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਸਾਨੂੰ ਮਹਿਸੂਸ ਕਰਦੀਆਂ ਸੋਚਣ ਨੂੰ। ਜਦੋਂ ਅਸੀਂ ਨਾ 2008-9 ਦਾ ਟਾਈਮ ਆਇਆ ਸੀ, ਉਦੋਂ ਲੋਕ ਸੋਚਣ ਲੱਗੇ ਸੀ ਵੀ ਇਹ ਜਿਹੜਾ ਨਵਾਂ ਮੀਡੀਆ ਹੈ ਉਹ ਬੜਾ ਕ੍ਰਾਂਤੀ ਵਾਲਾ ਮੀਡੀਆ ਹੈ, ਇਹਨੇ ਤਾਂ ਜੀ ਨਵੀਂ ਕ੍ਰਾਂਤੀ ਲੈ ਆਂਦੀ, ਫਲਾਨਾ ਕਰ ਦਿੱਤੀ। ਉਹ ਕ੍ਰਾਂਤੀ ਉਦੋਂ ਵੀ ਬਹੁਤ ਸਾਰੇ ਵਿਦਵਾਨ ਕਹਿੰਦੇ ਹੁੰਦੇ ਸੀਗੇ ਵੀ ਇਹਦੇ ਵਿੱਚ ਠੀਕ ਹੈ, ਖੁੱਲ੍ਹ ਬਹੁਤ ਹੈ, ਸਪੇਸ ਬਹੁਤ ਹੈ, ਪਰ ਇਹਨੂੰ ਕ੍ਰਾਂਤੀ ਨਾ ਮੰਨੋ। ਕ੍ਰਾਂਤੀ ਮੰਨੋਗੇ ਤਾਂ ਤੁਸੀਂ ਭਰਮ ਚੋਂ ਅੱਗੇ ਜਾ ਕੇ ਦੇਖਿਓ ਵੀ ਇਹਦੀਆਂ ਵੀ ਤਾਰਾਂ ਕਿਤੇ ਨਾ ਕਿਤੇ ਸਟੇਟ ਸਿਸਟਮ ਦੇ ਕੋਲ ਹੈਗੀਆਂ ਨੇ। ਹੁਣ ਜਦੋਂ ਟਾਈਮ ਬੀਤਦਾ ਗਿਆ ਤੇ ਲੋਕਾਂ ਨੂੰ ਨਜ਼ਰ ਆਉਣ ਲੱਗ ਗਿਆ ਵੀ ਜਦੋਂ ਮਰਜ਼ੀ ਕਿਸੇ ਵੀ ਵੈਬਸਾਈਟ ਨੂੰ ਰੋਕਣਾ ਹੋਵੇ ਸਰਕਾਰ ਨੇ ਰੋਕ ਲੈਂਦੀ ਆ। ਜਦੋਂ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਦੀ ਪੋਸਟ ਨੂੰ ਮਸ਼ਹੂਰ ਕਰਨਾ ਹੋਵੇ ਉਹ ਮਸ਼ਹੂਰੀ ਕਰ ਦਿੰਦੀ ਹੈ। ਜਦੋਂ ਤੁਹਾਡੇ ਵਰਗੇ ਦੀ ਕਿਸੇ ਦੀ ਪੋਸਟ ਨੂੰ ਨਾ ਮਸ਼ਹੂਰ ਕਰਨਾ ਹੋਵੇ ਉਹ ਵੀ ਰੋਕ ਦਿੰਦੀ ਹੈ ਵੀ ਦਾਨੇ ਵਾਲੀ ਹੁਣੇ ਜਿੰਨੇ ਮਰਜ਼ੀ ਕੀਮਤੀ ਪੋਸਟ ਪਾਉਣ ਨੂੰ 13 ਤੋਂ ਵੱਧ ਬੰਦਿਆਂ ਨੇ ਦੇਖਣਾ ਨਹੀਂ ਹੈਗਾ ਜਾਂ 50 ਤੋਂ ਵੱਧ ਦੇਖਣਾ ਨਹੀਂ। ਇਹਦਾ ਮਤਲਬ ਕੀ ਹੈ ਕਿ ਜਿਹੜੀ ਸਟੇਟ ਦੀ ਪਾਵਰ ਹੈ ਨਾ, ਉਹ ਕਿੱਥੇ ਉਹਨੇ ਆਪਣੀ ਦਖਲਅੰਦਾਜ਼ੀ ਕਰਨੀ ਆ, ਕਿਹੜੀਆਂ ਚੀਜ਼ਾਂ ਲੋਕਾਂ ਨੂੰ ਪਰੋਸਣੀਆਂ, ਕਿਹੜੀਆਂ ਨਹੀਂ ਪਰੋਸਣੀਆਂ, ਉਹਦੇ ਵਿੱਚ ਵੀ ਸਟੇਟ ਦੀ ਦਖਲਅੰਦਾਜ਼ੀ ਇਸ ਡਿਜੀਟਲ ਮੀਡੀਆ ਦੇ ਵਿੱਚ ਵੀ ਰਹਿੰਦੀ ਹੈ। ਇਹ ਵੀ ਇੱਕ ਆਪਣੇ ਆਪ ਦੇ ਵਿੱਚ, ਵੈਸੇ ਤਾਂ ਮੈਂ ਹੈਰਾਨ ਆ ਕਿ ਸਾਰਾ ਕੁਝ ਤਾਂ ਦੇਖੋ ਤੁਸੀਂ ਕੋਲ ਦੀ ਲੰਘ ਜਾਓ, ਬੜਾ ਐਕੂਰੇਟ ਜਿਹਾ ਤੁਸੀਂ ਕੋਲ ਦੀ ਲੰਘ ਜਾਓ, ਨਹੀਂ ਹੈਗਾ ਜੇ ਤੁਸੀਂ ਉਹਦੇ ਦਰਵਾਜ਼ੇ 'ਚ ਖੜ ਕੇ ਤੁਹਾਡੇ ਕੇ ਆ ਜਾਂਦਾ ਫਲਾਨੀ ਦੁਕਾਨ 'ਤੇ ਗਏ, ਇਹਦੇ ਬਾਰੇ ਰਿਵਿਊ ਦਿਓ, ਇਹ ਕਰੋ। ਕਹਿੰਦੇ ਹੁਣ ਤੁਹਾਡੀਆਂ ਤਾਂ ਕਾਰਾਂ ਦੇ ਵਿੱਚ ਵੀ ਸਾਰਾ ਕੁਝ ਆ ਗਿਆ। ਤੁਸੀਂ ਜਸੂਸ ਤਾਂ ਤੁਹਾਡੀਆਂ ਕਾਰਾਂ 'ਚ ਬੈਠੇ ਨੇ, ਤੁਹਾਡੀ ਇੱਕ ਚੀਜ਼, ਤੁਹਾਡੀ ਗੱਲ ਕੀ ਹੋ ਰਹੀ ਹੈ, ਸਕਰੀਨ ਰਿਕਾਰਡਿੰਗ ਹੋ ਰਹੀ ਹੈ, ਕੌਣ ਤੁਹਾਡੇ ਨਾਲ ਬੈਠਾ ਹੈ, ਕਿੱਥੇ ਤੁਸੀਂ ਜਾ ਰਹੇ ਹੋ, ਕੀ ਗੱਲ ਕਰ ਰਹੇ ਹੋ। ਮੈਨੂੰ ਨਹੀਂ ਲੱਗਦਾ ਵੀ ਹੁਣ ਪ੍ਰਾਈਵੇਸੀ ਨਾਂ ਦੀ ਕੋਈ ਬਲਾ ਰਹਿ ਗਈ। ਇੱਕ IT ਸੈਕਟਰ ਦੀ ਨਾ ਬਹੁਤ ਅੱਛੀ ਜਰਨਲਿਸਟ ਹੈਗੀ ਆ, ਉਹ ਜਿਹੜਾ ਆਪਣੇ ਨਿਜਤਾ ਸੰਬੰਧੀ ਮਸਲਿਆਂ ਨੂੰ ਕਵਰ ਕਰਦੀ ਹੈ, ਨਿਕਿਤਾ ਸਕਸੈਨਾ, ਮੁੰਬਈ ਤੋਂ ਹੈ। ਉਹਨੇ ਇੱਕ ਆਪਣੀ ਸਟੋਰੀ 'ਚ ਮੈਂਸ਼ਨ ਕੀਤਾ ਸੀ, ਮੇਰੇ ਕੋਲ ਸਾਲ ਕੁ ਪੁਰਾਣੀ ਹੈ, ਬਹੁਤੀ ਪੁਰਾਣੀ ਨਹੀਂ, ਉਹਦੀ ਸਟੋਰੀ ਲੱਭ ਵੀ ਜਾ ਸਕਦੀ ਹੈ ਜੇ ਕਿਸੇ ਨੇ ਲੱਭਣੀ ਹੋਵੇ। ਉਹਨੇ ਤਾਂ ਉੱਥੋਂ ਤੱਕ ਕਿਹਾ ਸੀਗਾ ਕਿ ਤੁਹਾਡਾ ਬੈਡਰੂਮ ਹੈ ਨਾ ਜਿਹੜਾ, ਤੁਹਾਡਾ ਬੈਡਰੂਮ ਦੀ ਨਿਜਤਾ ਵੀ ਨਹੀਂ ਹੁਣ ਨਿਜਤਾ ਰਹੀ ਹੈਗੀ। ਮਤਲਬ ਇਹ ਸੱਚ ਵੀ ਹੈ। ਮੈਂ ਤੁਹਾਨੂੰ ਦੱਸਦਾ ਕਿ ਜਦੋਂ ਬਹੁਤਿਆਂ ਲੋਕ, ਸਾਡੇ ਲੋਕਾਂ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ। ਮੈਂ ਜਰਾ ਤੁਹਾਨੂੰ ਬਹੁਤ ਸਾਲ ਪਿੱਛੇ ਲੈ ਜਾਣਾ, 2012-13 ਚ ਲੈ ਜਾਣਾ।
ਜਦੋਂ ਨਰਿੰਦਰ ਮੋਦੀ ਦਾ ਸੰਬੰਧ ਇੱਕ ਨੌਜਵਾਨ ਔਰਤ ਨਾਲ ਦੱਸਿਆ ਜਾ ਰਿਹਾ ਸੀਗਾ, ਜਿਹੜੀ ਕਿ 33 ਸਾਲ ਦੀ ਸੀਗੀ, ਤੇ ਉਦੋਂ ਬਾਅਦ ਵਿੱਚ ਉਸ ਔਰਤ ਨੂੰ, ਅਫਸਰ ਔਰਤ ਸੀ ਉਹ, ਉਸ ਔਰਤ ਨੂੰ ਆਪਦੇ ਹਾਣ ਦਾ ਕੋਈ ਸਾਥੀ ਮਿਲ ਗਿਆ ਸੀ ਤੇ ਮੋਦੀ ਨੇ ਉਹਦੀ ਜਾਸੂਸੀ ਕਰਾਉਣੀ ਸ਼ੁਰੂ ਕਰ ਦਿੱਤੀ ਸੀਗੀ ਤੇ ਉਹਦਾ ਖੁਲਾਸਾ ਕੀਤਾ ਸੀਗਾ ਕੋਬਰਾ ਪੋਸਟ ਨੇ। ਕੋਬਰਾ ਪੋਸਟ ਦੇ ਵਿੱਚ ਜਾ ਕੇ ਹੁਣ ਵੀ ਉਹ ਲਿੰਕ ਲੱਭ ਲਓ, ਸ਼ਾਇਦ ਮਿਲ ਜਾਵੇ। ਤੇ ਉਹ ਤੋਂ ਬਾਅਦ ਵਿੱਚ ਇਹ ਮੁੱਦੇ ਨੂੰ ਬਹੁਤ ਚੱਕਿਆ। ਅੱਜ ਕੱਲ ਜਿਹੜਾ ਆਮ ਆਦਮੀ ਪਾਰਟੀ ਦੇ ਇੱਕ ਸਾਬਕਾ MLA ਜਿਹੜਾ ਜਿਹਨੇ ਬਾਅਦ ਵਿੱਚ ਗੋਲੀ ਮਾਰੋ ਸਾਲੋਂ ਦੇ ਨਾਰੇ ਲਾਏ ਸੀਗੇ, ਬਾਅਦ BJP ਸ਼ਾਮਲ ਹੋ ਗਿਆ, ਹੁਣੇ ਤੱਕ ਦਿੱਲੀ ਵਿਧਾਨ ਸਭਾ 'ਚ ਵੀ ਮੁੱਦਾ ਚੁੱਕਿਆ ਸੀਗਾ। ਉਦੋਂ ਅਮਿਤ ਸ਼ਾਹ ਕਹਿ ਰਿਹਾ ਉਸ ਕੁੜੀ ਦੀ ਜਾਸੂਸੀ ਕਰਾਉਣ ਲਈ ਕਿ ਸਾਹਿਬ ਨੇ ਕਿਹਾ, ਸ਼ਬਦ ਸੁਣੋ ਕਿ ਸਾਹਿਬ ਨੇ ਕਿਹਾ ਉਹ ਕਿੱਥੇ ਜਾਂਦੀ ਹੈ, ਕਿੱਥੇ ਰਹਿੰਦੀ ਹੈ, ਕਿਹਦੇ ਨਾਲ ਘੁੰਮਦੀ ਹੈ, ਕਿੱਥੇ ਸੌਂਦੀ ਹੈ, ਉਹਦੀ ਮੈਨੂੰ ਕੱਲੀ ਜਾਣਕਾਰੀ ਚਾਹੀਦੀ ਹੈ। ਮਤਲਬ ਕਿ ਉਸ ਕੁੜੀ ਦਾ ਨਿੱਜੀ ਤੌਰ ਤੇ ਕੁਝ ਵੀ ਸੁਰੱਖਿਅਤ ਨਹੀਂ ਸੀਗਾ। ਤੇ ਇਹ ਮਤਲਬ ਕੰਮ ਸਾਹਿਬ ਤਾਂ ਅਮਿਤ ਸ਼ਾਹ ਤੋਂ ਗ੍ਰਹਿ ਮੰਤਰੀ ਸੀ ਗੁਜਰਾਤ ਦਾ, ਸਾਹਿਬ ਤਾਂ ਸਿੱਧੀ ਗੱਲ ਮੋਦੀ ਹੋ ਸਕਦਾ ਸੀਗਾ, ਹੋਰ ਤਾਂ ਕੋਈ ਸਾਹਿਬ ਹੀ ਨਹੀਂ ਸੀਗਾ। ਮਤਲਬ ਸਟੇਟ ਚਾਹੇ ਕੋਈ ਸੂਬੇ ਦਾ ਪਾਵਰਫੁਲ ਮੁੱਖ ਮੰਤਰੀ ਚਾਹੇ, ਉਹ ਤੁਹਾਡੇ ਬੈਡਰੂਮ ਤੱਕ ਦੀ ਵੀ ਤਲਾਸ਼ ਵੀ ਉਹ ਜਾਣਕਾਰੀ ਉਹਨਾਂ ਦੇ ਕੋਲ ਹੈ। ਜੀ ਸੋ ਪ੍ਰੋਗਰਾਮ ਸ਼ਮਤਾ ਦੇ ਵਿੱਚ ਤੁਸੀਂ ਕਾਲ ਕਰਨ ਦੇ ਲਈ ਨੰਬਰ ਯੂਜ਼ ਕਰ ਸਕਦੇ ਹੋ 9814910666 ਤੇ 9216410666 ਦੇ ਉੱਤੇ ਕਾਲ ਕਰ ਸਕਦੇ ਹੋ। ਹੁਣ ਤਿਰੰਗੇ ਦੇ ਉੱਤੇ ਆ ਜਾਈਏ ਜੀ। ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਰਿਹਾ ਸੀ ਵੀ ਤਿਰੰਗੇ ਦੇ ਵੱਖ-ਵੱਖ ਰੰਗਾਂ ਦੇ ਉੱਤੇ ਗੱਲ ਹੋ ਰਹੀ ਸੀ ਵੀ ਆਹ ਨਾ ਲਾਇਓ, ਆਹ ਨਾ ਲਾਇਓ, ਇਹ ਨਾ ਕਰਿਓ, ਕੇਸਰੀ, ਹਾਂਜੀ, ਨੀਲਾ, ਕੀ ਹੈ ਸਿਆਸਤ? ਦੇਖੋ ਇਹ ਤਾਂ ਹੁਣ ਲੋਕਾਂ ਨੂੰ ਲੋਕਾਂ ਦੇ ਮਸਲਿਆਂ ਤੋਂ ਪਰਾਂ ਕਰਨ ਲਈ BJP ਨੇ ਤਾਂ ਸਿਆਸਤ ਖੇਡੀ ਹੈਗੀ ਆ। ਬਹੁਤ ਸਾਰੇ ਉਹਦੇ ਮੂਰਖ ਵੀ ਬਣ ਰਹੇ ਨੇ। BJP ਵਾਲੀ ਸਿਆਸਤ ਦੀ ਤਾਂ ਆਪਾਂ ਪਿਛਲੀ ਵਾਰ ਗੱਲ ਕਰ ਚੁੱਕੇ ਹਾਂ ਵੀ ਜਦੋਂ ਮੈਂ ਅੱਜ ਵੀ ਤੁਹਾਡੇ ਨਾਲ ਗੱਲ ਕਰ ਰਿਹਾ ਨਾ, ਤੇ ਅੱਜ ਦੀ ਘੜੀ 'ਚ ਵੀ, ਕੱਲ ਵੀ ਮੈਂ ਇੱਕ ਰੇਡੀਓ ਤੇ ਗੱਲ ਕੀਤੀ ਸੀ, ਉਦੋਂ ਤਾਂ ਮੈਂ ਉਹ ਦੇਖਿਆ ਸੀਗਾ ਤੇ ਹੁਣ ਵੀ ਮੈਂ ਘੰਟਾ ਕੁ ਪਹਿਲਾਂ ਦੇਖਿਆ ਸੀ। ਹਾਲੇ ਘੰਟਾ ਹੋ ਗਿਆ, ਹਾਲੇ ਵੀ ਉਹ ਖਬਰ ਏਦਾਂ ਹੀ ਰਹਿਣੀ ਹੈ। ਹੁਣੇ ਜਾ ਕੇ ਤੁਸੀਂ ਨੈਟ ਤੇ ਬੈਠੇ ਹੋ, ਟਵਿੱਟਰ ਤੇ ਸਰਚ ਮਾਰੋ, ਲਿਖੋ RSS ਨੇ ਅਜੇ ਤੱਕ ਤਿਰੰਗਾ ਝੰਡਾ ਨਹੀਂ ਲਾਇਆ ਆਪਣੇ ਟਵਿੱਟਰ ਹੈਂਡਲ ਦੇ ਉੱਤੇ, ਠੀਕ ਹੈ। ਤੇ ਫਿਰ ਲਿਖੋ ਟਵਿੱਟਰ ਤੇ ਬਹਿ ਕੇ ਲਿਖੋ, ਜਾ ਕੇ ਲਿਖੋ ਮੋਹਨ ਭਾਗਵਤ ਨੇ ਵੀ ਹਾਲੇ ਜਿਹੜਾ ਹੈਗਾ ਤਿਰੰਗਾ ਝੰਡਾ ਨਹੀਂ ਲਾਇਆ। ਜਿਹੜੀ ਸਰਕਾਰ ਦੀ ਮੁਹਿੰਮ ਆ ਉਹ ਹੈਗੀ ਹੈ ਕਿ 21 ਜੁਲਾਈ ਤੋਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ ਕੰਮ। ਜਦੋਂ 21 ਜੁਲਾਈ ਦਾ ਐਲਾਨ ਹੋਇਆ ਸੀ, ਉਦੋਂ ਤੱਕ ਸਾਡੇ ਪ੍ਰਧਾਨ ਮੰਤਰੀ ਨੇ ਵੀ ਨਹੀਂ ਲਾਇਆ ਸੀ, ਸਾਡੇ ਮੰਤਰੀਆਂ ਨੇ ਵੀ ਨਹੀਂ ਲਾਇਆ ਸੀ। ਮਤਲਬ ਮੂਰਖ ਅਸੀਂ ਲੋਕਾਂ ਨੇ ਬਣਾਉਣਾ ਹੈਗਾ। ਤੇ ਦੂਜੀ ਗੱਲ ਕਿ RSS ਤਾਂ ਮੈਂ ਪਿਛਲੇ ਪ੍ਰੋਗਰਾਮ ਦੱਸਿਆ ਸੀ ਵੀ ਇਹ ਤੇ ਤਿਰੰਗੇ ਝੰਡੇ ਨੂੰ ਕੋਈ ਇੱਜ਼ਤ ਨਹੀਂ ਦਿੰਦੇ। ਤਾਂ ਕਹਿੰਦੇ ਸੀ ਵੀ 3 ਰੰਗ ਹੀ ਨੈਸ਼ ਹੁੰਦੇ ਹੈਗੇ। ਇਹਨਾਂ ਨੇ ਆਪਣੇ ਆਰਗੇਨਾਈਜ਼ਰ ਜਿਹੜਾ ਹੈਗਾ RSS ਦਾ ਮੁੱਖ ਬੁਲਾਰਾ, ਉਹਦੀ 14 ਅਗਸਤ 1947 ਦੀ ਸੰਪਾਦਕੀ 'ਚ ਲਿਖਿਆ ਹੋਇਆ। ਤੇ ਅੱਛਾ, ਇਹ ਇੱਕ ਹੋਰ ਚੀਜ਼ 2001 ਦੀ ਘਟਨਾ ਵਾਪਰੀ ਹੋਈ ਹੈ। ਉਦੋਂ 15 ਅਗਸਤ ਵਾਲੇ ਦਿਨ ਕੁਝ ਨੌਜਵਾਨ ਮੁੰਡੇ, ਉਹਨਾਂ ਨੇ ਕੀਤੀ ਤਾਂ ਸ਼ਰਾਰਤ ਸੀ, ਮੈਂ ਉਹ ਸ਼ਰਾਰਤ ਦੇ ਭਾਵੇਂ ਪੱਖ 'ਚ ਨਹੀਂ ਹੈਗਾ, ਪਰ ਹੋਇਆ ਕਿ ਉਹਨਾਂ ਮੁੰਡਿਆਂ ਨੇ ਜਾ ਕੇ RSS ਦੇ ਹੈੱਡਕੁਆਟਰ ਦੇ ਵਿੱਚ ਜਾ ਕੇ ਤਿਰੰਗਾ ਝੰਡਾ ਲਾ ਦਿੱਤਾ ਉੱਪਰ ਜਾ ਕੇ। ਬਈ ਕੀਤੀ ਭਾਵੇਂ ਸ਼ਰਾਰਤ ਆ, ਪਰ ਉਹਦੇ ਵਿੱਚ ਤਿਰੰਗਾ ਹੀ ਲਾਇਆ, ਕੁਛ ਤਿਰੰਗਾ ਹੀ ਲਾਇਆ, ਹੋਰ ਤਾਂ ਨਹੀਂ ਲਾਇਆ। ਪਾਕਿਸਤਾਨ ਦਾ ਝੰਡਾ ਤਾਂ ਨਹੀਂ ਲਾਤਾ। ਉਹਨਾਂ ਨੂੰ ਵੀ ਜਿਹੜਾ ਗ੍ਰਿਫਤਾਰ ਕਰਕੇ ਉਹਨਾਂ ਨੂੰ ਵੀ ਸਜ਼ਾ ਹੋਈ ਸੀਗੀ। ਜੇ ਤੁਹਾਨੂੰ ਇੰਨਾ ਹੀ ਨਾ ਲੋਕਾਂ ਨੂੰ ਤਿਰੰਗੇ ਨਾਲ ਪਿਆਰ ਹੁੰਦਾ ਤਾਂ ਉਹਨਾਂ ਮੁੰਡਿਆਂ ਨੂੰ ਕੋਈ ਸਜ਼ਾ ਨਹੀਂ ਹੋਣ ਦੇਣੀ ਸੀਗੀ, ਮਾੜੀ ਮੋਟੀ ਫੜ ਕੇ ਛੱਡ ਦਿੰਦੇ। ਤੇ ਦੂਜੀ ਵਾਰ ਉਦੋਂ ਬਾਅਦ ਵਿੱਚ RSS ਨੇ ਪਖੰਡ ਕੀਤਾ ਵੀ ਅਸੀਂ ਆਪਣੇ ਨਾ ਦਫ਼ਤਰ ਦੇ ਵਿੱਚ ਤਿਰੰਗਾ ਨੂੰ ਝਲਾਇਆ ਕਰਾਂਗੇ। ਪਰ ਤੁਹਾਨੂੰ ਪਤਾ ਵੀ ਜਿਹੜਾ ਤਿਰੰਗਾ ਝਲਾਉਣਾ ਹੋਵੇ ਉਹਦੇ ਵੀ ਇੱਕ ਨਿਯਮ ਹੁੰਦੇ ਨੇ। ਬਿਲਕੁਲ ਉਹ ਕੀ ਹੈ ਕਿ ਤਿਰੰਗਾ ਦਾ ਥੱਲੇ ਝਲਾਉਂਦੇ ਨੇ ਇਹ, ਤੇ ਸਭ ਤੋਂ ਉੱਤੇ ਜਿਹੜਾ ਭਗਵਾਨ ਲੱਗਿਆ ਹੋਇਆ। ਜਦੋਂ ਨਿਯਮੇ ਨੇ ਹਰੇਕ ਮੁਲਕ ਦੇ ਨਾ ਤਿਰੰਗੇ ਦੇ ਉੱਤੇ, ਦੇਸ਼ ਦੇ ਝੰਡੇ ਦੇ ਉੱਤੇ ਉੱਪਰ ਕੋਈ ਝੰਡਾ ਨਹੀਂ, ਕੋਈ ਝੰਡਾ ਨਹੀਂ ਹੋ ਸਕਦਾ ਹੈਗਾ। ਤੇ ਜੇ ਇਹ ਮਤਲਬ ਇੱਕ ਰੂਲ ਹੈ, ਹਰੇਕ ਮੁਲਕ ਦੇ ਝੰਡੇ ਦਾ ਰੂਲ ਹੁੰਦਾ, ਸਾਡੇ ਮੁਲਕ ਦੇ ਝੰਡੇ ਦਾ ਵੀ ਰੂਲ ਆ ਵੀ ਜੇ ਮਤਲਬ ਤਿਰੰਗਾ ਉੱਪਰ ਹੈ ਤੇ ਉਹਦੇ ਉੱਪਰ ਕੋਈ ਹੋਰ ਝੰਡਾ ਨਹੀਂ ਹੋਊਗਾ। ਇਹਨਾਂ ਨੇ ਹੈੱਡਕੁਆਟਰ ਦੇ ਉੱਤੇ ਜਦੋਂ ਥੋੜੇ ਸਾਲਾਂ ਦਾ ਪਖੰਡ ਕੀਤਾ ਤਿਰੰਗੇ ਲਹਿਰਾਉਣ ਦਾ, ਉਹ ਥੱਲੇ ਲਹਿਰਾਉਂਦੇ ਨੇ, ਥੱਲੇ ਲਹਿਰਾ ਕੇ ਉੱਤੇ ਇਹਨਾਂ ਦਾ ਭਗਵਾ ਹੁੰਦਾ। ਜਦੋਂ ਥੋੜੀ ਹਿੰਮਤ ਲਾਓ, ਉੱਥੇ ਜਿਹੜੀ ਵੱਡੀ ਸਾਰੀ ਗੁੰਬਦ ਬਣੀ ਹੋਈ ਹੈ ਤੁਹਾਡੇ ਹੈੱਡਕੁਆਟਰ ਦੀ, ਉੱਤੇ ਲਾਓ ਜਾ ਕੇ ਤਿਰੰਗਾ। ਤੁਸੀਂ ਇਹਨਾਂ ਜੋਗੇ ਹੈ ਨਹੀਂ ਗੇ। ਅੱਛਾ, ਫਿਰ ਇਹ ਜੀ ਜਵਲੀ ਸਾਡੇ ਸਿਮਰਨਜੀਤ ਸਿੰਘ ਮਾਨ ਨੇ ਮਾਰ ਦਿੱਤੀ, ਜਿਹੜੇ MP ਚੁਣ ਕੇ ਤੇ ਭੇਜਿਆ ਲੋਕਾਂ ਨੇ ਕਿ ਜੀ ਹੁਣ ਕੇਸਰੀ ਲਾ ਦੋ। ਪਹਿਲੀ ਗੱਲ ਤੇ ਇਹ ਚੀਜ਼ ਤਾਂ ਗਲਤ ਹੈ, ਕੇਸਰੀ ਤਾਂ ਬਿਨਾਂ ਪੁੱਛੇ ਜਿਹੜਾ ਸਾਡੇ ਨਿਸ਼ਾਨ ਸਾਹਿਬ ਝੂਲਦੇ ਹੀ ਹੈ ਕਿ ਨਹੀਂ, ਤੇਰੇ ਕਹੇ ਤਾਂ ਥੋੜਾ ਝੂਲਦੇ ਨੇ, ਤਾਂ ਗੁਰਦੁਆਰਿਆਂ 'ਚ ਵੈਸੇ ਹੀ ਝੂਲਦੇ ਨੇ। ਤੇ ਦੂਜੀ ਗੱਲ ਹੈਗੀ ਹੈ ਬਾਈ ਜੀ, ਚਾਹੇ ਹੋਵੇ ਤਿਰੰਗਾ, ਚਾਹੇ ਹੋਵੇ ਕੇਸਰੀ ਨਿਸ਼ਾਨ, ਇਹ ਬੰਦੇ ਦੀ ਆਪਣੀ ਸ਼ਰਧਾ ਤੇ ਆਪਣੀ ਜਿਹੜੇ ਪਿਆਰ ਦਿਲ ਵਿੱਚ ਹੁੰਦਾ। ਬਿਲਕੁਲ।
ਲਾਉਣਾ ਤਾਂ ਕਿਸੇ ਨੇ ਆਪਣੇ ਜਿਹੜੇ ਘਰੇ ਲਾ ਦੂ, ਨਹੀਂ ਲਾਉਣਾ ਨਾ। ਤੁਹਾਡੇ ਬਿਨਾਂ ਕਹੀ ਆਜ਼ਾਦੀ ਵਾਲੇ ਦਿਨ ਬਹੁਤੇ ਬੰਦੇ ਝੰਡਾ ਲਾਉਂਦੇ ਨਹੀਂ। ਉਹ ਜੀ ਆਜ਼ਾਦੀ ਨੂੰ ਮਨਾਉਂਦੇ ਨੇ ਤਾਂ ਅਫਸੋਸ ਮਨਾਉਂਦੇ ਨੇ, ਕਹਿੰਦਾ ਸਾਡਾ ਤਾਂ ਉਜਾੜਾ ਹੋਇਆ, ਆਜ਼ਾਦੀ ਸਾਨੂੰ ਕਾਹਦੀ ਹੋਈ ਹੈ। ਬਹੁਤੇ ਨਹੀਂ ਮਨਾਉਂਦੇ, ਪਰ ਜਿਹੜੇ ਮਨਾਉਂਦੇ ਨੇ ਉਹ ਤਾਂ ਤੁਹਾਡੇ ਬਿਨਾਂ ਕਹੇ ਵੀ ਲਾਉਂਦੇ ਹੈਗੇ ਨੇ ਝੰਡਾ। ਇਸੇ ਤਰ੍ਹਾਂ ਹੀ ਜਦੋਂ ਖਾਲਸੇ ਦਾ ਸਿਰਜਣਾ ਦਿਵਸ ਹੁੰਦਾ ਹੈ, ਚਾਹੇ ਉਹ 13 ਅਪ੍ਰੈਲ ਦੀ ਗੱਲ ਕਰੋ ਜਾਂ ਕੋਈ ਹੋਰ ਤਿਉਹਾਰ ਹੁੰਦਾ, ਉਦੋਂ ਲੋਕ ਕੇਸਰੀ ਝੰਡੇ ਆਪਣੇ ਟਰੈਕਟਰਾਂ ਤੇ ਲਾਉਂਦੇ ਨੇ। ਉਹ ਸਿਮਰਨਜੀਤ ਸਿੰਘ ਮਾਨ ਤੋਂ ਪੁੱਛ ਕੇ ਨਹੀਂ ਲਾਉਂਦੇ ਹੈਗੇ। ਉਹਨਾਂ ਵਿੱਚ ਆਪਣੇ ਅੰਦਰ ਇੱਕ ਭਾਵਨਾਵਾਂ ਹੈਗੀ ਆ ਆਪਣੇ ਸਿੱਖ ਵਿਰਸੇ ਦੀ, ਉਹਨੂੰ ਦੇਖ ਕੇ ਲਾਉਂਦੇ ਨੇ। ਇੱਕ ਤਾਂ ਇਹ ਲੋਕ ਠੇਕੇਦਾਰ ਨਹੀਂ ਹੈਗੇ, ਨਾ ਹੀ ਇਹ ਲੋਕ ਤਿਰੰਗੇ ਦੇ ਠੇਕੇਦਾਰ ਆ, ਨਾ ਸਿਮਰਨਜੀਤ ਸਿੰਘ ਮਾਨ ਵਰਗੇ ਬੰਦੇ ਕੇਸਰੀ ਝੰਡੇ ਦੇ ਠੇਕੇਦਾਰ। ਦੂਜੀ ਗੱਲ, ਜਿਹੜਾ ਸਿਮਰਨਜੀਤ ਸਿੰਘ ਮਾਨ ਤੁਲਨਾ ਕਰਦਾ ਵੀ ਜੀ ਉਹ ਤਿਰੰਗਾ ਲਾਉਂਦੇ ਨੇ, ਅਸੀਂ ਕੇਸਰੀ ਝੰਡਾ ਲਾਵਾਂਗੇ। ਹੁਣ ਸਵਾਲ ਇਹ ਹੈਗਾ ਕਿ ਵੈਸੇ ਹਰਜਿੰਦਰ ਸਿੰਘ ਦਲਗੀਰ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਸਿੱਖਾਂ ਦਾ ਜਿਹੜਾ ਰੰਗ ਉਹ ਕੇਸਰੀ ਨਹੀਂ ਹੈਗਾ, ਉਹ ਜਿਹੜਾ ਦੂਜਾ ਵਾ ਨੀਲਾ ਰੰਗ ਹੈਗਾ। ਉਹ ਇੱਕ ਮਤਲਬ ਡਿਬੇਟ ਅੱਗੇ ਜਾ ਕੇ ਕੋਈ ਹਰੇਕ ਦੀ ਦਲੀਲ ਹੋ ਸਕਦੀ, ਪਰ ਮੇਰਾ ਕਹਿਣਾ ਹੈਗਾ ਕਿ ਸਿਮਰਨਜੀਤ ਸਿੰਘ ਮਾਨ ਜਿਹੜੀ ਗੱਲ ਕਰ ਰਹੇ ਨੇ ਨਾ ਵੀ ਤਿਰੰਗੇ ਦੇ ਜਵਾਬ ਦੇ ਵਿੱਚ ਜਿਹੜਾ ਹੈਗਾ ਸਾਡਾ ਕੇਸਰੀ ਇਹਨਾਂ, ਜੇ ਸਿੱਖਾਂ ਲਈ ਜੇਕਰ ਧਰਮ ਵੱਡਾ ਨਾ ਤਾਂ ਉਹਦੀ ਤੁਲਨਾ ਵੀ ਤਿਰੰਗੇ ਨਾਲ ਨਹੀਂ ਫਿਰ ਹੋ ਸਕਦੀ, ਨਹੀਂ ਹੋ ਸਕਦੀ। ਫਿਰ ਤਿਰੰਗੇ ਦਾ ਬਦਲ ਕੇਸਰੀ ਹੋ ਹੀ ਨਹੀਂ ਸਕਦਾ, ਸਿੱਧੀ ਜੀ ਗੱਲ ਆ। ਤੇ ਤਿਰੰਗਾ ਦੀ ਆਪਣੀ ਹੈਸੀਅਤ ਆ, ਕਿਉਂਕਿ ਉਹਦੇ ਤੁਸੀਂ ਨਾਗਰਿਕ ਹੈਗੇ ਹੋ ਭਾਰਤ ਦੇ। ਬਿਲਕੁਲ ਪਿਆਰ ਕਰੋ, ਆਪਦੇ ਝੰਡੇ ਨੂੰ ਪਿਆਰ ਕਰੋ। ਜਦਕਿ ਜਿਹੜਾ ਤੁਹਾਡਾ ਧਰਮ ਹੈ, ਤੁਹਾਡੀ ਆਸਥਾ ਹੈਗੀ ਆ, ਉਹ ਤੁਹਾਡਾ ਇੱਕ ਉਹਦੀ ਤੁਸੀਂ ਤੁਲਨਾ ਜਾ ਕੇ ਤਿਰੰਗੇ ਨਾਲ ਕਰੀ ਜਾਓ। ਮੈਨੂੰ ਲੱਗਦਾ ਤੁਸੀਂ ਆਪਣੇ ਕੇਸਰੀ ਨਿਸ਼ਾਨ ਦੀ ਵੈਲਿਊ ਘਟਾ ਰਹੇ ਹੋ, ਕਿਉਂਕਿ ਤੁਸੀਂ ਖੁਦ ਆਪਣੇ ਜਿਹੜੀ ਆਸਥਾ ਤਾਂ ਹੁਣ ਜਿੰਨੀ ਮਰਜ਼ੀ ਵੱਡੀ ਹੁੰਦੀ ਹੈ ਨਾ, ਕਹਿ ਲਓ ਵੀ ਆਸਥਾ ਦੀ ਤੁਲਨਾ ਤੁਸੀਂ ਕਰਨ ਲੱਗੇ ਹੋਏ ਹੋ। ਇਸ ਕਰਕੇ ਮੈਨੂੰ ਲੱਗਦਾ ਕਿ ਇਹਨਾਂ ਲੋਕਾਂ ਦੇ ਆਪੋ ਆਪਣੇ ਮੰਤਵ ਨੇ। ਜਿਨ੍ਹਾਂ ਲੋਕਾਂ ਨੇ ਤਿਰੰਗੇ ਨੂੰ ਪਿਆਰ ਕਰਦੇ ਨੇ ਉਹਨਾਂ ਦੇ ਦਿਲ 'ਚ ਉਹਨਾਂ ਨੇ ਲਾਉਣਾ, ਹੁਣ ਲਾ ਲਓ, ਨਹੀਂ ਲਾਉਣਾ ਨਾ ਲਾਓ, ਠੀਕ ਹੈ। ਤੇ ਕਿਸੇ ਨੇ ਕੇਸਰੀ ਲਾਉਣਾ ਲਾ ਲਓ, ਨਹੀਂ ਲਾਉਣਾ ਨਾ ਲਾਓ। ਇਹਨਾਂ ਦੇ ਲਾਉਣ ਦੇ ਨਾਲ ਤੁਹਾਨੂੰ ਸਰਟੀਫਿਕੇਟ ਨਹੀਂ ਮਿਲਣਾ, ਨਾ ਲਾਉਣ ਦੇ ਨਾਲ ਤੁਸੀਂ ਧਰਮ ਜਾਂ ਦੇਸ਼ ਵਿਰੋਧੀ ਨਹੀਂ ਹੋ ਜਾਂਦੇ, ਠੀਕ ਹੈ ਜੀ। ਪਰ ਸਮੱਸਿਆ ਇਹ ਹੈਗੀ ਹੈ ਕਿ ਇਹ ਦੋਵੇਂ ਤਰ੍ਹਾਂ ਇਸ ਤਰ੍ਹਾਂ ਦੀਆਂ ਜਿਨ੍ਹਾਂ ਦੀ ਜਿਹੜੇ ਆਪ ਮਤਲਬ ਇਹਨਾਂ ਨੂੰ ਅਜੇ ਤੱਕ ਆਪਣੀ ਸਿਆਸਤ ਚ ਪਾਉਣੇ ਚਾਹੁੰਦੇ ਨੇ ਫੋਕੀ। ਹੁਣ ਤੁਸੀਂ ਦੇਖੋ ਸਿਮਰਨਜੀਤ ਸਿੰਘ ਮਾਨ ਦਾ ਮੈਂ ਦੇਖੋ ਕਿ ਉਹ ਕਿੰਨੀ ਸਿੱਖ ਟੋਲੀ ਵਾਲੇ ਨੇ, ਕਿਸੇ ਕੋਈ ਉਹਨਾਂ ਦੇ ਪ੍ਰਸ਼ੰਸਕ ਗੁੱਸਾ ਕਰ ਸਕਦੇ ਨੇ। ਅੱਜ ਤੱਕ 2005-6 ਦੀ ਗੱਲ ਹੈ, ਉਸ ਸਮੇਂ ਜਥੇਦਾਰ ਅਕਾਲ ਤਖਤ ਤੇ ਸਿਮਰਨਜੀਤ ਸਿੰਘ ਮਾਨ ਦੇ ਵਿੱਚ ਇੱਕ ਸ਼ਰਤ ਲੱਗੀ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ, ਧਰਮ ਬਿਨਾਂ ਨਾ ਰਾਜ ਚੱਲੇ ਹੈ। ਇੱਕ ਕਹਿੰਦਾ ਇਹ ਜਿਹੜੀ ਤੋਕਿਆ ਗੁਰੂ ਗ੍ਰੰਥ ਸਾਹਿਬ ਚੋਂ, ਦੂਜਾ ਕਹਿੰਦਾ 10 ਗ੍ਰੰਥ ਦੇ ਵਿੱਚੋਂ। 25,000 ਦੀ ਸ਼ਰਤ ਲਾ ਲਈ ਹੈ, 2005-6 ਦੀ ਗੱਲ ਆ। ਇਹ ਚੈੱਕ ਕਰ ਲਓ ਵੀ 5-6 ਮੈਂ ਇੱਥੇ ਗਲਤ ਹੋ ਸਕਦਾ। ਤੇ ਦੋਹਾਂ ਨੇ 25,000 ਦੀ ਸ਼ਰਤ ਲਾ ਲਈ। ਅਸਲ ਵਿੱਚ ਨਾ ਤਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੀ, ਨਾ ਹੀ ਇਹ 10ਵੇਂ ਗ੍ਰੰਥ ਦੇ ਵਿੱਚ ਸੀਗੀ। ਇੰਨੀ ਤਾਂ ਇਹਨਾਂ ਦੀ ਉਸ ਸਮੇਂ ਜਥੇਦਾਰ ਨੂੰ ਵੀ ਨਹੀਂ ਪਤਾ ਸੀ, ਨਾ ਹੀ ਸਿਮਰਨਜੀਤ ਸਿੰਘ ਮਾਨ ਨੂੰ ਪਤਾ ਸੀਗਾ। ਇੰਨੀ ਤਾਂ ਇਹਨਾਂ ਨੂੰ ਧਰਮ ਪ੍ਰਤੀ ਪਤਾ ਗਿਆਨ ਹੈਗਾ, ਠੀਕ ਹੈ। ਤੇ ਸੋ ਇਸ ਕਰਕੇ ਲੋਕਾਂ ਨੂੰ ਚਾਹੀਦਾ ਕਿ ਭਾਈ ਜਿਹੜੇ ਨਾ ਤੁਸੀਂ ਨਿਤਨੇਮ ਕਰਦੇ ਹੋ, ਤੁਸੀਂ ਆਪਣੇ ਰੱਬ ਨੂੰ ਯਾਦ ਕਰਦੇ, ਤੁਸੀਂ ਜ਼ਿਆਦਾ ਵੱਡੇ ਧਰਮੀ ਹੋ ਇਹਨਾਂ ਲੋਕਾਂ ਦਾ ਹੈ। ਤੁਸੀਂ ਜਿਹੜੇ ਆਪਣੇ ਮੁਲਕ ਨੂੰ ਵਿੱਚ ਕੋਈ ਬੇਈਮਾਨੀ ਨਹੀਂ ਕਰਦੇ, ਇਮਾਨਦਾਰੀ ਨਾਲ ਆਪਣਾ ਘਰ ਬਸ਼ਰ ਕਰਦੇ, ਤੁਸੀਂ ਮੋਦੀ ਉਹਨਾਂ ਤੋਂ ਵੱਡੇ ਦੇਸ਼ ਭਗਤ ਹੋ। ਦੇਸ਼ ਭਗਤ ਨਹੀਂ, ਸੱਚੀ ਮੁੱਚੀ ਗਦਾਰ ਨੇ ਲੋਕ। ਤੁਸੀਂ ਦੇਸ਼ ਭਗਤ ਹੋ, ਤੁਹਾਨੂੰ ਆਪਣੇ ਧਰਮ ਲਈ, ਤੁਹਾਨੂੰ ਆਪਣੇ ਦੇਸ਼ ਲਈ ਸਰਟੀਫਿਕੇਟ ਇਹਨਾਂ ਲੋਕਾਂ ਤੋਂ ਲੈਣ ਦੀ ਕੋਈ ਲੋੜ ਨਹੀਂ। ਤੇ ਹੁਣ ਜਿਹੜਾ ਗੁਜਰਾਤ ਤੋਂ ਕੇਜਰੀਵਾਲ ਸਾਹਿਬ ਦਾ ਗੁਜਰਾਤ ਪੱਤਰੀ ਬਿਆਨ ਹੈ ਜੀ, ਕਹਿੰਦੇ ਅਗਲੀ ਵਾਰੀ ਹੈ ਉਹ ਕਹਿੰਦੇ ਕਿ ਸਾਡਾ ਮੁਕਾਬਲਾ ਹੈਗਾ ਜੀ ਬੀਜੇਪੀ ਦੇ ਨਾਲ ਹੈ। ਅੱਛਾ ਜੀ। ਤੇ ਇਹਦੇ ਨਾਲ ਹੀ ਇੱਕ ਬਿਆਨ ਹੋਰ ਵੀ ਲਾਇਆ ਉਹਨਾਂ ਨੇ ਕਿ ਕਾਂਗਰਸ ਨੂੰ ਵੋਟ ਨਾ ਪਾਓ, ਵੋਟ ਸਾਨੂੰ ਪਾਓ। ਬਹੁਤੇ ਲੋਕ ਇਹਨੂੰ ਆਏ ਦੇਖ ਰਹੇ ਨੇ ਵੀ ਕੇਜਰੀਵਾਲ ਸਾਹਿਬ ਤਾਂ ਮਤਲਬ ਇਹ ਕਹਿ ਕੇ ਕਿਤੇ ਨਾ ਕਿਤੇ ਬੀਜੇਪੀ ਨੂੰ ਜਿਤਾ ਰਹੇ ਨੇ ਵੀ ਇਹ ਟੀਮ ਤਾਂ ਹੀ ਜਿੱਤੂ। ਮਤਲਬ ਜਿਹੜੇ ਲੋਕ ਇਹ ਸੋਚਦੇ ਨੇ ਵੀ ਕੇਜਰੀਵਾਲ ਬੀ ਟੀਮ ਆ, RSS ਦੀ, ਤੇ ਬੀਜੇਪੀ ਏ ਟੀਮ ਆ, ਤੇ ਲੋਕ ਤਾਂ ਕਹਿੰਦੇ ਕਿ ਦੇਖੋ ਜੀ ਬੀ ਟੀਮ ਏ ਟੀਮ ਨੂੰ ਖੁਦ ਹੀ ਜਿਤਾ ਰਹੀ ਹੈਗੀ ਆ। ਖੈਰ ਹਾਲੇ ਅਸੀਂ ਤਾਂ ਇਹ ਫਤਵਾ ਜਾਰੀ ਕਰਨ ਵਾਲੇ ਕੌਣ ਹੁੰਦੇ ਵੀ ਕੌਣ ਏ ਟੀਮ ਹੈ ਬੀ ਟੀਮ ਹੈ, ਮੈਂ ਲੋਕਾਂ ਦੀ ਗੱਲ ਦੱਸ ਰਿਹਾ। ਪਰ ਇਹਦੇ ਵਿੱਚ ਇੱਕ ਗੱਲ ਸਾਫ਼ ਆ ਕਿ ਕੇਜਰੀਵਾਲ ਦਾ ਜਿਹੜਾ ਸਟੇਟਮੈਂਟ ਆ ਉਹਦੇ ਇਹ ਦਰਸਾਉਂਦੀ ਹੈ ਵੀ ਉਹਨਾਂ ਦਾ ਮੁਕਾਬਲਾ ਜਿਹੜਾ ਉਹ ਕਾਂਗਰਸ ਨਾਲ ਆ, ਉੱਥੇ ਬੀਜੇਪੀ ਨਾਲ ਨਹੀਂ ਹੈਗਾ। ਤੇ ਜਦੋਂ ਉਹ ਕਹਿੰਦੇ ਨੇ ਵੀ ਕਾਂਗਰਸ ਨਾਲ ਮੁਕਾਬਲਾ ਨਹੀਂ, ਉਹਨਾਂ ਦੀ ਪਹਿਲੇ ਸੱਟੇ ਕੋਸ਼ਿਸ਼ ਇਹੀ ਆ ਵੀ ਮੁਕਾਬਲੇ ਵਿੱਚੋਂ ਕਾਂਗਰਸ ਨੂੰ ਬਾਹਰ ਕਰਕੇ ਅਸੀਂ ਕੋਈ ਮੁਕਾਬਲੇ ਚ ਆ ਜਾਈਏ। ਤੇ ਜਿੱਤਣ ਦੀ ਲੜਾਈ ਨਹੀਂ ਉਹਨਾਂ ਦੀ, ਇਹ ਧਿਆਨ ਰੱਖੋ। ਉਹਨਾਂ ਦੀ ਲੜਾਈ ਸਿਰਫ 2 ਨੰਬਰ ਤੇ ਆਉਣ ਦੀ ਆ, ਤੇ 2 ਨੰਬਰ ਤੇ ਉਦੋਂ ਆਇਆ ਜਾਂਦਾ ਜੇ ਉੱਥੋਂ ਕਾਂਗਰਸ ਦਾ ਮਲੀਆ ਮੇਟ ਕੀਤਾ ਜਾਵੇ। ਤੇ ਦੂਜੇ ਪਾਸੇ ਇਹ ਬੀਜੇਪੀ ਦਾ ਜਿਹੜਾ ਕਾਂਗਰਸ ਮੁਕਤ ਅਭਿਆਨ ਆ ਉਹਦੇ ਪੱਖ ਚ ਵੀ ਜਾਂਦਾ। ਬਿਲਕੁਲ ਹਾਂ, ਇਹ ਤਾਂ ਬਿਲਕੁਲ ਸਹੀ ਗੱਲ ਹੈ ਤੁਹਾਡੀ। ਪਰ ਇੱਧਰ ਕੀ ਬਣੂਗਾ? ਗੁਜਰਾਤ ਦੀ ਤਾਂ ਗੱਲ ਹੋ ਗਈ, ਮਹਾਰਾਸ਼ਟਰ ਦੇ ਆਪਣੇ ਹਿਮਾਚਲ ਦੇ ਵਿੱਚ ਕੀ ਲੱਗਦਾ ਤੁਹਾਨੂੰ? ਦੋਵਾਂ ਵਿੱਚ ਸਥਿਤੀ ਆਇਆ। ਮੈਨੂੰ ਹਿਮਾਚਲ 'ਚ ਕੋਈ ਇੰਨਾ ਨਹੀਂ ਲੱਗਦਾ ਕਿ ਇਹ ਹਾਲ ਦੀ ਘੜੀ, ਹਾਲੇ ਤਾਂ ਵੈਸੇ ਟਾਈਮ ਪਿਆ ਵਾ, ਨਵੰਬਰ ਦਸੰਬਰ ਦੇ ਵਿੱਚ ਪਤਾ ਲੱਗ ਉਹ ਚੋਣਾਂ ਦਾ
ਹੁੰਦਾ ਮਾਹੌਲ ਬਣੂ, ਚੋਣਾਂ ਹੋਣਗੀਆਂ, ਮਤਲਬ ਐਲਾਨ ਜੇ ਆਪਾਂ ਜੇ ਪਿਛਲੇ ਸਾਲ ਦੇ ਮੁਤਾਬਕ ਦੇਖੀਏ 5 ਸਾਲ ਪਹਿਲਾਂ ਦੇ ਮੁਤਾਬਕ, ਤਾਂ ਇਹ ਨਵੰਬਰ ਜਾਂ ਦਸੰਬਰ ਦੇ ਵਿੱਚ ਚੋਣਾਂ ਹੁੰਦੀਆਂ, ਖਾਸ ਕਰ ਦਸੰਬਰ ਦੇ ਵਿੱਚ ਐਲਾਨ ਹੋ ਜਾਊਗਾ। ਨਵੰਬਰ ਦੇ ਵਿੱਚ ਹਾਲ ਦੀ ਘੜੀ ਕਹਿਣਾ ਬੜਾ ਮੁਸ਼ਕਿਲ ਹੈ, ਕਿਉਂਕਿ ਅਸੀਂ ਆਪਣੇ ਸੂਬੇ ਬਾਰੇ ਮਤਲਬ ਇੰਨੀ ਛੇਤੀ ਨਹੀਂ ਕਹਿ ਸਕੇ ਸੀਗੇ। ਪਰ ਉੱਥੇ ਬੀਜੇਪੀ ਨੇ ਇਹਨੇ ਆਮ ਆਦਮੀ ਪਾਰਟੀ ਨੇ ਕੋਸ਼ਿਸ਼ ਪਹਿਲਾਂ ਤਾਂ ਬਹੁਤ ਕੀਤੀ ਕਿ ਅਸੀਂ ਉੱਥੇ ਨਾ ਤਕੜੇ ਬੰਦੇ ਪੱਟ ਲਈਏ, ਪਰ ਹੋਇਆ ਕਿ ਜਿਹੜੀ ਉਹਨਾਂ ਨੇ ਯੂਨਿਟ ਖੜੀ ਕੀਤੀ ਉਹਨੂੰ ਬੀਜੇਪੀ ਵਾਲੇ ਫਿਰ ਪੱਟ ਕੇ ਲੈ ਗਏ। ਉੱਥੇ ਹੁਣ ਮੁਕਾਬਲਾ ਬੀਜੇਪੀ ਲਈ ਇੱਕ ਚੁਣੌਤੀ ਇਹ ਹੈਗੀ ਹੈ ਕਿ ਉੱਥੇ ਦੀ ਮਹਿੰਗਾਈ, ਹੋਰ ਜਿਹੜੇ ਲੋਕਲ ਮੁੱਦੇ ਨੇ, ਜਿਹੜਾ ਉੱਥੇ ਖੇਤੀ ਸੈਕਟਰ ਉਸ ਤਰ੍ਹਾਂ ਤਾਂ ਨਹੀਂ, ਪਰ ਜਿਵੇਂ ਸੇਬ ਦੀ ਖੇਤੀ ਵਾਲਾ ਮਸਲਾ ਹੈਗਾ ਉਹ ਕਾਫੀ ਖਟਾਈ ਵਿੱਚ ਹੈ, ਉੱਥੇ ਬੀਜੇਪੀ ਘਿਰੀ ਹੋਈ ਹੈ। ਤੇ ਹੁਣ ਸਵਾਲ ਹੈ ਕਿ ਬੀਜੇਪੀ ਨੂੰ ਘੇਰਿਆ ਉਦੋਂ ਜਾ ਸਕਦਾ ਜੇ ਕੋਈ ਸਖਤ ਵਿਰੋਧੀ ਧਿਰ ਹੋਵੇ, ਤੇ ਉਹ ਵਿਰੋਧੀ ਧਿਰ ਹੁਣ ਕਾਂਗਰਸ ਹੈਗੀ ਹੈ ਕਿ ਕਾਂਗਰਸ ਆਪੇ ਵਿਰੋਧ ਦੇ ਵਿੱਚੋਂ ਨਿਕਲ ਸਕਦੀ ਹੈ, ਉਹਨੂੰ ਟੱਕਰਾ ਕਰ ਸਕਦੀ ਹੈ ਕਿ ਵੀਰਭੱਦਰ ਸਿੰਘ ਜੇਕਰ ਲੀਡਰ ਉਹਨਾਂ ਦਾ ਬਣਦਾ ਹੈ ਤੇ ਵੀਰਭੱਦਰ ਸਿੰਘ ਦਾ ਪਰਿਵਾਰ ਬਣਦਾ ਕਿ ਉਹ ਸੱਚੀ ਮੁੱਚੀ ਇਕਜੁੱਟ ਰੱਖ ਸਕਦਾ। ਕਾਂਗਰਸ ਦੇ ਅੰਦਰਲੀ ਜਿਹੜੀ ਕੜੱਤਣ ਹੈ, ਕਾਂਗਰਸ ਦੇ ਅੰਦਰ ਦਾ ਆਪਾ ਵਿਰੋਧ ਹੈ, ਉਹਨੂੰ ਕਾਂਗਰਸ ਸ਼ਾਂਤ ਕਰ ਸਕਦੀ ਹੈ, ਸਵਾਲ ਨੇ। ਦੂਜੀ ਗੱਲ, ਜੇਕਰ ਮੰਨ ਲਓ ਕਿ ਕੇਜਰੀਵਾਲ ਦੀ ਵੀ ਇੱਕ ਪਾਰਟੀ ਥੋੜੀ ਜਿਹੀ ਤਕੜੀ ਹੁੰਦੀ ਆ, ਉਹਦਾ ਨੁਕਸਾਨ ਕਾਂਗਰਸ ਨੂੰ ਹੋਏਗਾ, ਉਹਦੇ ਵਿੱਚ ਵਿਰੋਧੀ ਤੇ ਵੰਡੀ ਜਾਊਗੀ, ਤੇ ਬੀਜੇਪੀ ਜਿਹੜਾ ਹੈਗਾ ਆਪਣੇ ਵਿਰੋਧ ਦੇ ਬਾਵਜੂਦ, ਸਥਾਪਤੀ ਵਿਰੋਧੀ ਜਿਹੜਾ ਵਿਰੋਧ ਹੁੰਦਾ ਲੋਕਾਂ ਦਾ, ਤਾਂ ਉਹਦੇ ਵਿਰੋਧ ਦੇ ਬਾਵਜੂਦ ਉਹ ਮਜ਼ਬੂਤ ਹੋ ਕੇ ਨਿਕਲ ਸਕਦੀ ਹੈ। ਇਹ ਮਤਲਬ ਹਾਲ ਦੀ ਘੜੀ ਜਿਹੜੇ ਸਮੀਕਰਨ ਬਣ ਰਹੇ ਨੇ, ਕਿਉਂਕਿ ਅਜੇ ਟਾਈਮ ਬਹੁਤ ਪਿਆ ਹੈ, ਉਹਦੇ ਵਿੱਚ ਕੀ ਅੱਗੇ ਜਾ ਕੇ ਹੁੰਦਾ ਤੇ ਕਿਹਨੇ ਨੂਰਾ ਕੁਸ਼ਤੀ ਕਿਵੇਂ ਕਰਨੀ ਹੈਗੀ ਉਹ ਤਾਂ ਬਾਅਦ ਵਿੱਚ ਪਤਾ ਲੱਗੂ, ਪਰ ਹਾਲ ਦੀ ਪੋਜੀਸ਼ਨ ਇਹ ਹੈ। ਬਿਲਕੁਲ। ਤੇ ਬਿਜਲੀ ਸੋਧ ਬਿੱਲ ਇਹ ਕੀ ਇਫੈਕਟ ਪਾ ਰਿਹਾ, ਕੀ ਹੋਰ ਇਹਨਾਂ ਨੇ ਇਹਦੇ ਚ ਅਪਡੇਟਸ ਦੇ ਕੀ ਕੁਛ ਹੈ? ਇਹਨਾਂ ਨੇ ਨਾ ਇੱਕ ਤਾਂ ਬੇਈਮਾਨੀ ਇਹ ਕੀਤੀ ਹੈ ਆਪਣਾ ਦਾਨੇਵਾਲੀਆ ਸਾਹਿਬ, ਵੀ ਤੁਹਾਨੂੰ ਯਾਦ ਆ ਵੀ ਜਦੋਂ ਇਹ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਦੇ ਸੀ ਨਾ, ਉਦੋਂ ਇਹਨਾਂ ਨੇ ਕਿਹਾ ਸੀ ਕਿ ਲਓ ਜੀ ਬਿਜਲੀ ਬਿੱਲ ਤਾਂ ਅਸੀਂ ਵਾਪਸ ਲੈ ਲਿਆ, ਤੇ ਤੁਸੀਂ ਹੁਣ ਖੇਤੀ ਕਾਨੂੰਨਾਂ ਦੇ ਵਿੱਚ ਨਾ ਮਾੜੀ ਮੋਟੀ ਸੋਧ ਕਰਾ ਲਓ, ਵਾਪਸ ਨਾ ਲਓ। ਇਹ ਬਿਜਲੀ ਬਿੱਲ ਵਾਪਸ ਲੈਣ ਦੀ ਗੱਲ ਇਹਨਾਂ ਨੇ ਪਹਿਲੀਆਂ ਮੀਟਿੰਗਾਂ ਵਿੱਚ ਹੀ ਜਥੇਬੰਦੀਆਂ ਨਾਲ ਕਰ ਲਈ ਸੀਗੀ, ਉਹ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ। ਫਿਰ ਇਹਨਾਂ ਨੇ ਬਾਅਦ ਵੀ ਜਦੋਂ ਆਖਰੀ ਸਮੇਂ ਵਿੱਚ ਇਹਨਾਂ ਦਾ ਹੋਣਾ ਸੀਗਾ ਖਤਮ, ਗੱਲਬਾਤ ਹੋਣੀ ਸੀ ਐਂਡ ਵਾਲੀ ਜਿਹੜਾ ਹੈਗਾ, ਉਹਦੇ ਵਿੱਚ ਵੀ ਇਹਨਾਂ ਨੇ ਕਿਹਾ ਵੀ ਜੇ ਅਸੀਂ ਬਿਜਲੀ ਬਿੱਲ ਲਿਆਂਦਾ ਵੀ ਤਾਂ ਉਹਦੇ ਵਿੱਚ ਕਿਸਾਨ ਆਗੂਆਂ ਨੂੰ, ਮਤਲਬ ਸੰਸ਼ੋਧਨ ਬਿੱਲ ਲਿਆਂਦਾ, ਕਿਸਾਨ ਆਗੂਆਂ ਦੀ ਰਾਏ ਲਈ ਜਾਊਗੀ ਤੇ ਉਹਨਾਂ ਨੂੰ ਬਿਠਾਇਆ ਜਾਊਗਾ। ਫਿਰ ਅਸੀਂ ਤੁਹਾਨੂੰ ਦੱਸਾਂਗੇ ਵੀ ਇਹਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ। ਪਰ ਹੋਇਆ ਕਿ ਇੱਕਦਮ ਇਹਨਾਂ ਨੇ ਚੋਰਾਂ ਕੀ ਕੀਤਾ ਕਿ ਪਹਿਲਾਂ ਤਾਂ ਆਪਣੇ ਮੰਤਰੀ ਮੰਡਲ ਤੋਂ ਮੋਹਰ ਲਵਾ ਲਈ, ਠਾ ਦੇਣੇ, ਹੁਣ ਜਾ ਕੇ ਆਪਣੇ ਉਹਦੇ ਵਿੱਚ ਪਾਸ ਵੀ ਕਰ ਦਿੱਤਾ, ਸੰਸਦ ਵਿੱਚ ਪੇਸ਼ ਕਰ ਦਿੱਤਾ, ਹਾਲੇ ਪਾਸ ਨਹੀਂ ਪੇਸ਼ ਕਰ ਦਿੱਤਾ। ਹੁਣ ਸੰਯੁਕਤ ਮੋਰਚੇ ਨੇ ਕਿਹਾ ਕਿ ਅਸੀਂ ਅੱਜ ਸਟੇਟਮੈਂਟ ਦਰਸ਼ਨਪਾਲ ਹੋਣਾ ਨੇ, ਜਿਹੜੇ ਸੰਯੁਕਤ ਮੋਰਚੇ ਦੇ ਵੱਡੇ ਲੀਡਰ ਨੇ, ਉਹਨਾਂ ਨੇ ਜਾਰੀ ਕਰਦੇ ਹੋਏ ਕਿਹਾ ਵੀ ਅਸੀਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਬਿਜਲੀ ਬਿੱਲ ਹੈ ਉਹਨੂੰ ਜੇ ਸੰਸਦ ਵਿੱਚ ਲੈ ਕੇ ਆਊਗੀ ਸਰਕਾਰ ਤਾਂ ਫਿਰ ਅਸੀਂ ਸੜਕਾਂ ਤੇ ਆਵਾਂਗੇ ਜਾਂ ਰੋਸ ਕਰਾਂਗੇ। ਤੇ ਕਿਉਂਕਿ ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਨਾਲ ਚਰਚਾ ਦੇ ਕਰਨ ਤੋਂ ਬਾਅਦ ਇਹ ਕਿਹਾ ਸੀਗਾ ਵੀ ਇਹਨੂੰ ਸੰਸਦ ਵਿੱਚ ਉਦੋਂ ਪੇਸ਼ ਕਰਾਂਗੇ ਜੇ ਤੁਹਾਡੇ ਨਾਲ ਗੱਲ ਕਰਕੇ ਪਹਿਲਾਂ ਤੁਹਾਡੇ ਇਹਦੇ ਵਿੱਚ ਕਿਸਾਨਾਂ ਦੀ ਰਾਏ ਲਈ ਜਾਊਗੀ, ਪਰ ਉਹ ਰਾਏ ਲਈ ਨਹੀਂ ਗਈ। ਸੋ ਹੁਣ ਉਹਨਾਂ ਨੇ ਇਹਨੂੰ ਵਿਸ਼ਵਾਸਘਾਤ ਮੰਨਿਆ, ਨਾਲ ਹੀ ਕਿਹਾ ਕਿ ਬਿਜਲੀ ਦੀ ਜਿਹੜੀ ਪੈਦਾਵਾਰ ਤੇ ਵੰਡ ਹੈ ਉਹ ਪੰਜਾਬ ਦੇ ਕੋਲ ਸੀਗੀ ਤੇ ਉਹਨੂੰ ਵੀ ਜਿਹੜਾ ਕੇਂਦਰ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਿਆ, ਤੇ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਹੈਗਾ ਬਿਜਲੀ ਦੀ ਪੈਦਾਵਾਰ ਤੇ ਬਿਜਲੀ ਦੀ ਵੰਡ ਉਹ ਕਿਸਾਨਾਂ ਤੇ ਪੰਜਾਬ ਦੇ ਲੋਕਾਂ ਨੂੰ ਮਿਲ ਰਹੀਆਂ ਸਬਸਿਡੀਆਂ ਉੱਤੇ ਛਾਪਾ ਮਾਰ ਰਹੀ ਹੈ। ਤੇ ਸੰਯੁਕਤ ਕਿਸਾਨ ਮੋਰਚੇ ਨੇ ਇਹਨੂੰ ਨਾਦਰਸ਼ਾਹੀ ਫਰਮਾਨ ਕਿਹਾ। ਇਹ ਵੀ ਕਿਹਾ ਕਿ ਅਸੀਂ ਅਗਲੇ ਦਿਨਾਂ ਦੇ ਵਿੱਚ, ਸ਼ਾਇਦ ਕੱਲ੍ਹ ਵਾਲਾ ਦਿਨ ਵੀ ਹੋ ਸਕਦਾ ਉਹ, ਵੀ ਬਿਜਲੀ ਮਹਿਕਮੇ ਨਾਲ ਸੰਬੰਧਿਤ ਕਰਮਚਾਰੀ ਵਰਗ ਆ ਜਾਂ ਹੋਰ ਵਰਗ ਹੈ ਉਹਨਾਂ ਨਾਲ ਸਾਂਝੇ ਤੌਰ ਤੇ ਵਿਰੋਧ ਕਰਾਂਗੇ। ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਕਿ ਬਿਜਲੀ ਬਿੱਲ ਹੈ ਜਿਹੜਾ 2022 ਇਹਦਾ ਖਰੜਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਸਾਂਝਾ ਵੀ ਕਰਾਂਗੇ ਤੇ ਪ੍ਰਿੰਟ ਰੂਪ ਦੇ ਵਿੱਚ ਵੀ ਅਸੀਂ ਵੰਡਾਂਗੇ ਤੇ ਲੋਕਾਂ ਨੂੰ ਸਮਝਾਵਾਂਗੇ ਵੀ ਇਹਦੇ ਵਿੱਚ ਕੀ ਹੋਰ ਚੀਜ਼ਾਂ ਹੈਗੀਆਂ, ਕੀ ਗੜਬੜਾਂ ਨੇ, ਕਿਉਂ ਤੁਹਾਡੇ ਲਈ ਖਤਰਨਾਕ ਹੈ। ਹਾਲਾਂਕਿ ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹੁੰਦਾ ਕਿ ਇਹ ਜਿਹੜਾ ਬਿਜਲੀ ਬਿੱਲ ਹੈ ਨਾ, ਜੇ ਤਾਂ ਦੇਖੋ ਉਸ ਰੂਪ ਚ ਆਇਆ ਜਿਹੜਾ ਰੂਪ ਚ ਇਹਨਾਂ ਨੇ ਉਦੋਂ ਕਿਹਾ ਸੀਗਾ ਵਾਪਸ ਲੈਣ ਦੀ ਗੱਲ ਕੀਤੀ ਸੀਗੀ, ਉਸ ਰੂਪ ਚ ਉਸ ਰੂਪ ਵਾਲੇ ਦੇ ਬਾਰੇ ਤਾਂ ਇਹਨਾਂ ਨੇ ਕਾਫੀ ਕਿਸਾਨਾਂ ਨੇ ਉਦੋਂ ਵੀ ਆਪਣੇ ਅੰਦੋਲਨ ਦੌਰਾਨ ਨਾ ਪਰਚੇ ਵੰਡੇ ਸੀਗੇ। ਜੇ ਹੁਣ ਇਹਦੇ ਵਿੱਚ ਜਿਹੜੀਆਂ ਹੋਰ ਨਵੀਆਂ ਸੋਧਾਂ ਕੀਤੀਆਂ ਨੇ ਇਹਨਾਂ ਜਾਂ ਕੁਝ ਨਵਾਂ ਐਡ ਕੀਤਾ, ਉਹਦੇ ਬਾਰੇ ਮੈਨੂੰ ਲੱਗਦਾ ਫਿਰ ਇਹ ਕਿਸਾਨ ਜਿਹੜੇ ਦੁਬਾਰੇ ਸ਼ਾਇਦ ਆਪਣਾ ਪਰਚੇ ਵੰਡ ਕੇ ਲੋਕਾਂ। ਅੱਛਾ, ਇੱਕ ਚੀਜ਼ ਦੱਸੋ ਕਿ ਬਿਜਲੀ ਬਿੱਲ ਸੋਧ ਇਕੱਲਾ ਪੰਜਾਬ ਨੂੰ ਇਫੈਕਟ ਕਰ ਰਿਹਾ ਕਿ ਸਾਰੇ ਇੰਡੀਆ ਦੇ ਸੂਬਿਆਂ ਨੂੰ ਇਫੈਕਟ ਕਰ ਰਿਹਾ? ਨਹੀਂ, ਉਹ ਸਾਰੇ ਇੰਡੀਆ ਨੂੰ ਕਰੇਗਾ ਪਰ ਪੰਜਾਬ ਨੂੰ ਜ਼ਿਆਦਾ ਕਰੇਗਾ। ਉਹਦਾ ਕਾਰਨ ਸਿੱਧੀ ਜੀ ਹੈਗੀ ਹੈ ਕਿ ਉਹ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈਗਾ, ਪੰਜਾਬ ਨੂੰ, ਹਰਿਆਣੇ ਨੂੰ, ਤੁਹਾਡੇ ਜਿਹੜਾ ਵੈਸਟਰਨ ਯੂਪੀ ਨੂੰ, ਕੁਛ ਰਾਜਸਥਾਨ ਦਾ ਏਰੀਆ, ਇਹਨੂੰ ਜ਼ਿਆਦਾ ਕਰੇਗਾ ਜਿਹੜਾ ਯਥਾ ਸਥਿਤੀ ਵਿੱਚ ਸੀ, ਪਹਿਲੀ ਸਥਿਤੀ ਵਿੱਚ ਸੀਗਾ। ਤੇ
ਹੁਣ ਵੀ ਕੁਝ ਹੋਣ ਵਾਲਾ ਜਿਹੜਾ ਹੋਣ ਵਾਲੇ ਚ ਇਹਨਾਂ ਨੇ ਕੀ ਮੱਦਾਂ ਪਾਈਆਂ ਉਹਦੇ ਬਾਰੇ ਅਜੇ ਤੱਕ ਮੈਂ ਸਪਸ਼ਟ ਨਹੀਂ ਕਹਿ ਸਕਦਾ, ਅਗਲੇ ਪ੍ਰੋਗਰਾਮ ਤੇ ਗੱਲ ਕਰ ਸਕਦਾ, ਹੁਣ ਨਹੀਂ ਕਰ ਸਕਦਾ। ਪਰ ਜਿੰਨੇ ਕੁ ਨਾਲ ਮੇਰੀ ਐਕਸਪਰਟ ਨਾਲ ਗੱਲ ਹੋਈ ਆ ਉਹਨਾਂ ਦਾ ਕਹਿਣਾ ਸੀਗਾ ਕਿ ਨਵੇਂ ਵਿੱਚ ਇਹਨਾਂ ਨੇ ਨਵੇਂ ਨੂੰ ਹੋਰ ਵੀ ਖਤਰਨਾਕ ਤਰੀਕੇ ਦੇ ਵਿੱਚ ਲੈ ਕੇ ਆਂਦਾ। ਪਰ ਉਹ ਖਤਰਨਾਕ ਤਰੀਕਾ ਕੀ ਹੈ ਉਹ ਮੈਂ ਤੁਹਾਨੂੰ ਆਪਣਾ ਅੱਜ ਹੈਗਾ ਮੰਗਲਵਾਰ ਵੀਰਵਾਰ ਵਾਲੇ ਦਿਨ ਆਪਾਂ ਗੱਲ ਕਰ ਸਕਦੇ ਉਹਦੇ ਉੱਤੇ ਜੀ। ਤੇ ਕਸ਼ਮੀਰ ਬਾਰੇ ਵੀ ਗੱਲ ਕਰ ਲਈਏ ਥੋੜੀ ਜਿਹੀ। ਕਸ਼ਮੀਰ ਦੇ ਵਿੱਚ ਇਹ ਹੋਇਆ ਅੱਜ ਕੱਲ੍ਹ ਨਾ ਮੁਹਰਮ ਦਾ ਟਾਈਮ ਸੀ ਜਿਹੜਾ ਉੱਥੇ ਕੁਛ ਇਹਨਾਂ ਨੇ ਪਾਬੰਦੀਆਂ ਲਾਈਆਂ ਹੋਈਆਂ ਨੇ ਤੇ ਦੂਜੇ ਪਾਸੇ 15 ਅਗਸਤ ਵੀ ਨੇੜੇ ਆ ਰਹੀ ਹੈ। ਸਰਕਾਰ ਹੁਣ ਕੀ ਕਰ ਰਹੀ ਹੈ ਕਿ ਮੁਹਰਮ ਦੀਆਂ ਪਾਬੰਦੀਆਂ ਦੇ ਬਹਾਨੇ ਉੱਥੇ ਦੇ ਨੌਜਵਾਨਾਂ ਨੂੰ ਤੰਗ ਪਰੇਸ਼ਾਨ ਕਰ ਰਹੀ ਹੈ। ਉਹਨਾਂ ਦੇ ਉੱਤੇ ਉਹਨਾਂ ਨੂੰ ਮਤਲਬ ਪੁਲਿਸ ਚੱਕ ਕੇ ਪੁਲਿਸ ਸਿੱਟ ਦੇਣਾ, ਛੋਟੇ ਮੋਟੇ ਮਸਲੇ ਦੇ ਵਿੱਚ ਕਿਸੇ ਨੂੰ ਜੇਲ੍ਹ 'ਚ ਕਰ ਦੇਣਾ। ਮੈਂ ਪਿੱਛੇ ਜੇ ਕਸ਼ਮੀਰ ਜਾ ਕੇ ਆਇਆ ਸੀ, ਉਹ ਲਗਭਗ ਉਹੀ ਹਾਲਤ ਮੈਨੂੰ ਹੁਣ ਜਿਹੜੀ ਖਬਰਾਂ 'ਚੋਂ ਪੜ੍ਹਨ ਨੂੰ ਦਿਖਾਈ ਦੇ ਰਹੀ ਹੈ। ਮੈਂ ਉਹ ਉੱਥੇ ਜਾ ਕੇ ਜਿਹੜੀ ਦੇਖੀ ਹੈ ਜਾਂ ਸਮਝੀ ਹੈ ਉਹਦੇ ਨਾਲ ਹੁਣ ਮੈਂ ਮੇਚ ਕੇ ਮਹਿਸੂਸ ਕਰ ਸਕਦਾ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਵੀ ਮੰਨ ਲਓ ਕੋਈ ਛੋਟਾ ਮੋਟਾ ਪ੍ਰੋਟੈਸਟ ਹੋ ਰਿਹਾ, ਤੁਹਾਡੇ ਘਰ ਦਾ ਬੱਚਾ ਕੋਲ ਹੀ ਖੜਾ, ਉਹ ਪ੍ਰੋਟੈਸਟ ਵਿੱਚ ਸ਼ਾਮਲ ਵੀ ਨਹੀਂ, ਵੈਸੇ ਹੀ ਖੜਾ, ਉਹਦੇ ਤੇ ਵੀ ਪਰਚਾ ਦਰਜ ਹੋ ਜਾਊ। ਕਈ ਥਾਵਾਂ ਤੇ ਐਂ ਹੋਇਆ ਵੀ ਕਿਸੇ ਦੇ ਬੱਚੇ ਨੇ ਬਾਹਰ ਜਾਣਾ ਸੀ ਪੜ੍ਹਨ ਤੇ ਉਹ ਤੇ ਇਹਨਾਂ ਨੇ ਪਰਚਾ ਦਰਜ ਕਰ ਲਿਆ, ਹਾਲਾਂਕਿ ਬੱਚਾ ਸ਼ਾਮਲ ਵੀ ਨਹੀਂ ਸੀਗਾ। ਇਹ ਕੁਝ ਹੁਣ ਖਬਰਾਂ ਆ ਰਹੀਆਂ ਨੇ, ਹਾਲਾਂਕਿ ਖਬਰਾਂ ਭਾਵੇਂ ਕਿ ਜਦੋਂ ਆਪਣੇ ਤੱਕ ਪਹੁੰਚਦੀਆਂ ਨਾ ਉਸ ਰੂਪ 'ਚ ਨਹੀਂ ਪਹੁੰਚਦੀਆਂ, ਪਰ ਖਬਰਾਂ ਦਾ ਇਸ਼ਾਰਾ ਅਸੀਂ ਸਮਝਣਾ ਹੁੰਦਾ। ਹੁਣ ਜਿਹੜੀ ਖਬਰ ਇਹ ਆ ਰਹੀ ਹੈ ਵੀ ਮੁਹਰਮ ਦੇ ਮੌਕੇ ਪਾਬੰਦੀਆਂ ਦਾ ਵਿਰੋਧ ਕਰ ਰਹੇ ਨੇ ਨੌਜਵਾਨ, ਉਹਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹੁਣ ਜਿਹੜੇ ਹਿਰਾਸਤ ਵਿੱਚ ਲਿਆ ਗਿਆ, ਹੁਣ ਇਹ ਖਬਰ ਆਈ ਵਾਪਰੀ ਹੋਊਗੀ ਕਹਿਣਾ ਮੁਸ਼ਕਿਲ ਹੈ, ਕਿਉਂਕਿ ਜੇ ਕਸ਼ਮੀਰ ਦੀਆਂ ਖਬਰਾਂ ਦੇਖੀਆਂ ਉਹਦੇ ਵਿੱਚ ਤਾਂ ਇਹ ਆ ਰਿਹਾ ਹੈਗਾ ਕਿ ਕੁਝ ਬੰਦੇ ਬੱਚੇ ਵਿਰੋਧ ਕਰ ਵੀ ਰਹੇ ਸੀ। ਕੁਝ ਬੱਚਿਆਂ ਨੂੰ ਜਿਹੜੇ ਵੈਸੇ ਬਾਹਰ ਨਿਕਲ ਰਹੇ ਨੇ, ਮਤਲਬ ਮੰਨ ਲਓ ਕਿ ਕੋਈ ਛੋਟੇ ਮੋਟੇ ਕੰਮ ਲਈ ਬਾਹਰ ਨਿਕਲ ਰਿਹਾ, ਉਹਨੂੰ ਵੀ ਚੱਕ ਕੇ ਇਹਨਾਂ ਨੇ ਅੰਦਰ ਨੂੜ ਦਿੱਤਾ। ਮਤਲਬ ਕਸ਼ਮੀਰ ਦੀਆਂ ਖਬਰਾਂ ਤੇ ਕਸ਼ਮੀਰ ਦੇ ਅਖਬਾਰਾਂ ਵੈਸੇ ਇੱਕ ਚੀਜ਼ ਬੜੀ ਹੈਰਾਨੀ ਦੀ ਗੱਲ ਆ, ਦੇਖੋ ਵੀ ਪਤਾ ਨਹੀਂ ਬਦਕਿਸਮਤੀ ਕਹੀਏ ਜਾਂ ਕੀ ਚੀਜ਼ ਹੈ, ਕਸ਼ਮੀਰ ਦੇ ਮਸਲੇ ਦੇ ਉੱਤੇ ਇੰਟਰਨੈਸ਼ਨਲ ਮੀਡੀਆ ਵੀ ਇੱਕ ਤਰ੍ਹਾਂ ਨਾਲ ਮੂੰਹ 'ਚ ਘੁੰਗਣੀਆਂ ਪਾਈ ਬੈਠਾ ਬਹੁਤ ਘੱਟ। ਜਿਵੇਂ ਤੁਸੀਂ ਦੇਖੋ ਨਾ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜੇ ਲੱਭਣਾ ਹੋਵੇ ਤਾਂ ਇੱਕ ਤਾਂ ਤੁਹਾਡਾ ਅਲ ਜਜ਼ੀਰਾ ਹੈਗਾ, ਇਹ ਠੋਕ ਕੇ ਗੱਲਬਾਤ ਕਰਦਾ ਹੈਗਾ। BBC ਦੀਆਂ ਜਿਹੜੀਆਂ ਕਸ਼ਮੀਰ ਤੋਂ ਰਿਪੋਰਟ ਹੁੰਦੀਆਂ ਨੇ ਖਬਰਾਂ, ਉਹਦੇ ਵਿੱਚੋਂ ਨਿਰਪੱਖਤਾ ਝਲਕ ਜਾਂਦੀ ਹੈ ਕਈ ਵਾਰ। ਅਮਰੀਕਾ ਦੇ ਵਿੱਚੋਂ ਅਮਰੀਕਾ ਦਾ ਜਿਹੜਾ ਮੀਡੀਆ ਅਦਾਰੇ ਆ ਉਹ ਇੱਕ ਦੋ ਹੈਗੇ ਨੇ, ਤੁਹਾਡੇ ਨਿਊਯਾਰਕ ਟਾਈਮਜ਼ ਵਰਗੇ ਹੈਗੇ ਨੇ, ਉਹਨਾਂ ਵਿੱਚੋਂ ਕਸ਼ਮੀਰ ਬਾਰੇ ਰਿਪੋਰਟ ਤੁਹਾਨੂੰ ਸਹੀ ਮਿਲ ਜਾਂਦੀ ਹੈਗੀ ਆ। ਇਹਦੇ ਵਿੱਚ ਆਪਣੇ ਆਪਣੇ ਫਿਰ ਹਿੱਤ ਆ ਜਾਂਦੇ ਨੇ, ਹਿੱਤ ਵੀ ਆ ਜਾਂਦੇ ਨੇ ਕਿ ਉਹਨਾਂ ਨੇ ਭਾਰਤੀ ਹਕੂਮਤ ਨਾਲ ਸੰਬੰਧ ਚੰਗੇ ਰੱਖਣੇ ਨੇ ਤੇ ਭਾਰਤ ਉਹਨਾਂ ਨੂੰ ਇੱਕ ਮੰਡੀ ਦੇ ਤੌਰ ਤੇ ਦਿਖਾਈ ਦੇ ਰਿਹਾ। ਤੁਸੀਂ ਉਹ ਛੱਡੋ, ਜਿਹੜੇ ਅਰਬ ਮੁਲਕ ਨੇ, ਅਰਬ ਮੁਲਕ ਬਹੁਤ ਸਾਰੇ ਮਸਲਿਆਂ ਦੇ ਉੱਤੇ ਭਾਰਤ ਨਾਲ ਖੜੇ ਹੈਗੇ ਨੇ। ਉਹ ਮਤਲਬ ਉੱਥੇ ਜਿਹੜੇ ਮਜੇ ਉਹ ਭੁੱਲ ਜਾਂਦੇ ਨੇ 2 ਮਿੰਟ ਲਈ ਵੀ ਇੱਥੇ ਮਾਈਨੋਰਟੀ ਨਾਲ ਆਏ ਹੁੰਦਾ, ਮਿਨੋਰਟੀ ਨਾਲ ਹੋ ਰਿਹਾ ਜਾਂ ਉਹਨਾਂ ਦੇ ਭਾਈਚਾਰੇ ਨਾਲ ਹੋ ਰਿਹਾ, ਮੁਸਲਮਾਨਾਂ ਨਾਲ ਹੋ ਰਿਹਾ, ਉਹਨਾਂ ਤੇ ਭੁੱਲ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਵੀ ਵਪਾਰ ਦਿੰਦਾ ਤੇ ਇਹਨਾਂ ਨੇ ਵੀ ਵਪਾਰ ਕਰਨਾ ਉਹਨਾਂ ਦਾ। ਤੇ ਉਹਨਾਂ ਦੀਆਂ ਭਾਵਨਾ ਉਦੋਂ ਜਾ ਕੇ ਭੜ ਗਈਆਂ ਜਦੋਂ ਮੁਹੰਮਦ ਸਾਹਿਬ ਬਾਰੇ ਡਾਇਰੈਕਟ ਬੋਲੀ ਨੂਪੁਰ ਸ਼ਰਮਾ, ਤੇ ਬੀਜੇਪੀ ਨੂੰ ਨੂਪੁਰ ਤਾਂ ਕੱਢਣੀ ਪਈ। ਉਹਨਾਂ ਨੂੰ ਲੱਗਿਆ ਵੀ ਇੱਥੇ ਵਪਾਰ ਪੱਕ ਕਿਵੇਂ ਕੰਮ ਕਰਦਾ, ਵੀ ਯਾਰ ਹੁਣ ਤਾਂ ਜੇ ਅਰਬ ਵਾਲੇ ਅੜ ਗਏ, ਅਰਬ ਵਾਲੇ ਦੀ ਮਜਬੂਰੀ ਸੀ ਕਿ ਉਹਨਾਂ ਨੂੰ ਲੋਕਾਂ ਨੇ ਕਹਿਣਾ ਸੀ ਯਾਰ ਮੁਹੰਮਦ ਸਾਹਿਬ ਦੀ ਬੇਇੱਜ਼ਤੀ ਹੋ ਗਈ, ਹੁਣ ਨਹੀਂ ਬੋਲੇ ਤੁਸੀਂ। ਤੇ ਬੀਜੇਪੀ ਦੀ ਮਜਬੂਰੀ ਸੀ ਵੀ ਹੁਣ ਜੇ ਅਰਬ ਵਾਲੇ ਗੁੱਸੇ ਹੋ ਗਏ ਤੇ ਇੱਥੇ ਕਿਤੇ ਸਾਨੂੰ ਨੁਕਸਾਨ ਨਾ ਹੋਵੇ ਆਰਥਿਕ ਤੌਰ ਦੇ ਉੱਤੇ। ਪਰ ਦੂਜਾ ਸਾਰਾ ਕੁਝ ਹੀ ਸਹਿ ਲੈਂਦੇ ਨੇ, ਕਿਉਂਕਿ ਇਹ ਜਿਹੜੇ ਮੁਲਕ ਵੀ ਨੇ ਨਾ ਆਪਣੇ ਆਪ ਨੂੰ ਦਾਅਵਾ ਕਰਦੇ ਨੇ ਵੀ ਇਸਲਾਮਿਕ ਜਾਂ ਕੋਈ ਵੀ ਧਾਰਮਿਕ, ਪਰ ਇਹ ਮੈਂ ਦੇਖ ਲਿਆ 100% ਵਪਾਰਕ ਹੋ ਗਏ ਨੇ। ਜੇ ਤੁਸੀਂ ਇਹਨਾਂ ਦੇ ਕਦਰਾਂ ਕੀਮਤਾਂ ਜੇ ਆਪਾਂ ਗੱਲ ਕਰੀਏ ਤਾਂ ਕਹਿਣ ਨੂੰ ਹੋਰ ਨੇ, ਦੁਬਈ ਦੀ ਲੈ ਲਓ ਜਾਂ ਕਈ ਹੋਰ ਕੰਟਰੀ ਲੈ ਲਓ, ਠੀਕ ਹੈ ਜੀ, ਤੇ ਕਦਰਾਂ ਕੀਮਤਾਂ ਇਹਨਾਂ ਦਾ ਆਵਾਮ ਨਾਲ ਕੋਈ ਲੈਣਾ ਦੇਣਾ ਨਹੀਂ। ਸਿੱਧੀ ਜੀ ਗੱਲ ਇਹ ਹੈਗੀ ਆ, ਕਹਿਣ ਨੂੰ ਭਾਵੇਂ ਜਿੰਨੇ ਮਰਜ਼ੀ ਦਾਅਵੇਦਾਰ ਬਣੀ ਜਾਣ ਵੀ ਅਸੀਂ ਏਡੇ ਵੱਡੇ। ਅੱਛਾ ਹੁਣ ਤੁਸੀਂ ਦੇਖ ਲਓ ਨਾ, ਜੇਕਰ ਹਿੰਦੂ ਭਾਈਚਾਰਾ ਉਹਦੇ ਤੇ ਕਿਸੇ ਹੋਰ ਮੁਲਕ ਦੇ ਵਿੱਚ ਤਸ਼ੱਦਦ ਹੋ ਜਾਵੇ, ਮੰਨ ਲਓ ਕਿ ਅਮਰੀਕਾ ਕੈਨੇਡਾ 'ਚ ਹੀ ਹੋ ਜਾਏ, ਹਾਲਾਂਕਿ ਉਸ ਤਰ੍ਹਾਂ ਹੋਇਆ ਨਹੀਂ, ਤਾਂ ਭਾਰਤ ਦਾ ਉਸ ਤਰ੍ਹਾਂ ਦਾ ਰਿਐਕਸ਼ਨ ਨਹੀਂ ਆਊਗਾ ਜਿਵੇਂ ਪਾਕਿਸਤਾਨ ਜਾਂ ਅਫਗਾਨਿਸਤਾਨ ਦੇ ਮਾਮਲੇ 'ਚ ਆਊਗਾ। ਇਹ ਮਤਲਬ ਇੱਕ ਸਟੇਟ ਦਾ ਕਰੈਕਟਰ ਹੈ ਜਿਹਨੂੰ ਸਮਝਣ ਦੀ ਲੋੜ ਹੈ। ਇਹ ਐਸੇ ਸਹੀ ਗੱਲ ਹੈ, ਬੜਾ ਅਲੱਗ ਡਿਫਰੈਂਟ ਕਾਈਂਡ ਆਫ ਜਿਹੜਾ ਸਿਨੈਰੀਓ ਕ੍ਰੀਏਟ ਹੋਇਆ ਹੋਇਆ ਨਾ, ਇਹ ਇੱਕ ਆਪਣੇ ਉਹਦੇ ਵਿੱਚ ਚੀਜ਼ ਹੈਗੀ ਆ। ਸੋ ਮੇਰੇ ਖਿਆਲ ਹੋਰ ਕੁਝ ਖਾਸ ਅੱਜ ਕੱਲ੍ਹ ਇੱਕ ਹੋਰ ਅਪਡੇਟ ਆ ਰਹੀ ਹੈ ਕਿ ਅਕਾਲੀ ਦਲ ਦੇ ਵਿੱਚ ਸਭ ਕੁਝ ਅੱਛਾ ਨਹੀਂ ਹੈ। ਅੱਜ ਫੇਰ ਭਾਵੇਂ ਆਊਟਪੁੱਟਸ ਕੀ ਆਈਆਂ ਨੇ ਉਹ ਤਾਂ ਹਜੇ ਵੇਖਾਂਗੇ। ਕਹਿੰਦੇ ਮਾਝੇ ਦੇ ਵਿੱਚ ਪੁਰਾਣੇ ਘਾਗ ਇਕੱਠੇ ਹੋਣ ਲੱਗੇ ਨੇ ਜਾਂ ਇਕੱਠੇ ਕਰਨ, ਪੁਰਾਣੇ ਘਾਗ ਕਹਿ ਲਓ, ਜਗਮੀਤ ਸਿੰਘ ਬਰਾੜ ਤਾਂ ਨਵਾਂ ਹੀ ਆਇਆ ਇਹਨਾਂ ਦੇ ਵਿੱਚ, ਪਰ ਜੇ ਮਨਪ੍ਰੀਤ ਯਾਲੀ ਕਰੀਏ ਪਹਿਲਾਂ ਤਾਂ ਮਨਪ੍ਰੀਤ ਯਾਲੀ ਚੈਲੰਜ ਕ੍ਰੀਏਟ ਕਰ ਸਕਦਾ। ਮਨਪ੍ਰੀਤ ਯਾਲੀ ਨੇ ਤੇ ਪਿਛਲੇ ਸਮੇਂ ਜਿਹੜੀ ਪੋਲਿਟਿਕਸ ਰੱਖੀ ਆ, ਜਿਵੇਂ ਰਾਸ਼ਟਰਪਤੀ ਦੀ ਇਲੈਕਸ਼ਨ ਦੇ ਵੇਲੇ ਉਹਨੇ ਦਿਖਾਇਆ
ਉਹਦੇ ਵਿੱਚ ਇੱਕ ਚੀਜ਼ ਆ, ਤੁਹਾਨੂੰ ਯਾਦ ਹੋਣਾ ਮਨਪ੍ਰੀਤ ਆਲੀ ਦੇ ਮਸਲੇ ਦੇ ਉੱਤੇ ਜਦੋਂ ਆਪਾਂ 2 ਪ੍ਰੋਗਰਾਮ ਪਹਿਲਾਂ ਗੱਲ ਕੀਤੀ ਸੀ, ਆਪਾਂ ਇਹ ਗੱਲ ਕਹੀ ਸੀ ਵੀ ਪੰਥਕ ਇੱਕ ਸਪੇਸ ਖਾਲੀ ਪਈ ਹੈ। ਉਹ ਪੰਥਕ ਸਪੇਸ ਕੌਣ ਭਰਨਾ ਚਾਹੂਗਾ ਜਾਂ ਕੌਣ ਭਰੂਗਾ, ਉਹਦੇ ਲਈ ਇੱਕ ਅੰਦਰ ਖਾਤੇ ਕਸ਼ਮਕਸ਼ ਚੱਲ ਰਹੀ ਆ। ਤੇ ਉਹ ਪੰਥਕ ਸਪੇਸ ਭਰਨ ਵਿੱਚ ਸੈਂਟਰ ਗਵਰਨਮੈਂਟ ਵੀ ਮਦਦ ਕਰ ਸਕਦੀ ਹੈਗੀ ਆ, ਕਿਉਂਕਿ ਸੈਂਟਰ ਗਵਰਨਮੈਂਟ ਨੂੰ ਚਾਹੀਦਾ ਉਸ ਤਰ੍ਹਾਂ ਦੀ ਪੰਥਕ ਧਿਰ ਜਿਹੜੀ ਉਹਨਾਂ ਦੇ ਇਸ਼ਾਰੇ ਤੇ ਚੱਲੇ। ਤੇ ਹਾਲਾਂਕਿ ਉਹ ਡਾਇਰੈਕਟ ਨਾ ਚੱਲੇ, ਡਾਇਰੈਕਟ ਭਾਵੇਂ ਵਿਰੋਧੀ ਹੀ ਹੋਵੇ, ਪਰ ਉਹ ਏਜੰਡਾ ਉਹਨਾਂ ਮੁਤਾਬਕ ਲਾਗੂ ਕਰੇ ਆਪਣਾ। ਤੇ ਉਹ ਸਿਮਰਨਜੀਤ ਸਿੰਘ ਮਾਨ ਵਰਗੀ ਧਿਰ ਵੀ ਹੋ ਸਕਦੀ ਹੈ। ਉਹਦੇ ਬਾਰੇ ਤਾਂ ਭਾਰਤ ਦੇ 1-2 ਪੱਤਰਕਾਰਾਂ ਨੇ ਖੁਲਾਸਾ ਵੀ ਕਰ ਦਿੱਤਾ ਵੀ ਭਾਵੇਂ ਉਹ ਸਿੱਧੇ ਰੂਪ ਚ ਕੇਂਦਰ ਦਾ ਵਿਰੋਧ ਕਰੇ, ਪਰ ਉਹ ਇਸ ਤਰ੍ਹਾਂ ਦੇ ਏਜੰਡੇ ਸੈੱਟ ਕਰੇਗਾ ਕਿ ਉਹ ਮਤਲਬ ਰਾਸ ਹੋਣਗੇ, ਜਾਂ ਕੋਈ ਹੋਰ ਵੀ ਹੋ ਸਕਦੀ ਹੈ। ਕਿਉਂਕਿ ਜਿਹੜਾ ਬਾਦਲ ਦਲ ਦਾ ਨਿਵਾਣਾ ਵੱਲ ਚਲਿਆ ਗਿਆ ਨਾ, ਇਹਨੂੰ ਭਰਨ ਲਈ ਇੱਕ ਪੰਥਕ ਧਿਰ ਚਾਹੀਦੀ ਹੈ। ਤੇ ਉਹ ਪੰਥਕ ਧਿਰ ਇਸ ਤਰ੍ਹਾਂ ਦੀ ਹੋਵੇ ਜਿਹੜੀ ਸਟੇਟ ਦੇ ਵੀ ਹੱਕ ਚ ਹੋਵੇ, ਤੇ ਦੂਜੇ ਪਾਸੇ ਜਿਹੜੀ ਮੌਜੂਦਾ ਹਕੂਮਤ ਹੈ ਭਾਰਤ ਦੀ, ਉਹਦੇ ਜਿਹੜੇ ਹੈਗੇ ਨੇ ਨਾ, ਜਿਹਨੂੰ ਕਹਿੰਦੇ ਉਹਦੀਆਂ ਆਪਣੀਆਂ ਹੈਗੀਆਂ ਨੇ ਲਾਲਚਾਂ, ਉਹਦੇ ਜਿਹੜੇ ਆਪਣੀਆਂ ਪ੍ਰਾਥਮਿਕਤਾਵਾਂ ਨੇ, ਲੋੜਾਂ ਨੇ, ਉਹਦੀ ਪੂਰਤੀ ਕਰਦੀ ਹੋਵੇ ਉਹ ਧਿਰ, ਭਾਵੇਂ ਸਿੱਧੇ ਰੂਪ ਚ ਕਰੇ ਚਾਹੇ ਅਸਿੱਧੇ ਰੂਪ ਚ ਕਰੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ ਜੀ। ਮਿਹਰਬਾਨੀ ਜੀ। ਸੋ ਇਹ ਸਨ ਸ਼ਿਵਿੰਦਰ ਜੀ ਮੇਰੇ ਨਾਲ ਜੁੜੇ ਹੋਏ ਸਨ। ਸੋ ਰੇਡੀਓ ਪੰਜਾਬ ਟੁਡੇ ਦੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਲੇਟੈਸਟ ਅਪਡੇਟ ਦੇ ਨਾਲ ਜਿਹੜਾ ਰੂਬਰੂ ਕਰਵਾਇਆ ਜਾਵੇ। ਸੋ ਇਸ ਕੋਸ਼ਿਸ਼ ਨੂੰ ਤੁਸੀਂ ਕਿਸ ਤਰ੍ਹਾਂ ਲੈ ਕੇ ਚੱਲਦੇ ਹੋ, ਰੇਡੀਓ ਪੰਜਾਬ ਟੁਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਨਾਲ ਜ਼ਰੂਰ ਜੁੜੋ ਵੱਧ ਤੋਂ ਵੱਧ, ਤੇ ਨਾਲ ਕਮੈਂਟ ਵੀ ਕਰਦਿਆ ਕਰੋ। ਸੋ ਇੱਕ ਬ੍ਰੇਕ ਲੈਂਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਜੇ ਕਾਲਸ ਚਾਹੁੰਦੇ ਹੋ ਤਾਂ ਆਪਾਂ ਕਾਲਸ ਕੈਰੀ ਔਨ ਕਰਦੇ ਹਾਂ ਜੀ, ਅਤੇ ਮੈਂ ਉਡੀਕ ਕਰਦਾ ਤੁਹਾਡੀ।